मेरी वाइफ कहती जी बैटर नौकरी छड़ देनी चंगा हैगा, दुष्ट दी वाइफ नहीं कुहाना हैगा। हिस्टरी च सानू दुष्ट कहणगे। ਤੇ ਤੈਅ ਸੀਗਾ ਕਿ ਜੇ ਅਟੈਕ ਹੁੰਦਾ ਜਾਂ ਕੁਛ ਇਹ ਕਰਦੇ ਅਸੀਂ ਵਿੱਚ ਨਹੀਂ ਜੁਆਇਨ ਉਹਦਾ ਕਰਨਾ। ਹਿੱਸਾ ਨਹੀਂ ਬਣਨਾ। ਨਾ। ਕਿਸੇ ਨੂੰ ਪਛਤਾਪ ਹੋਇਆ ਇਸ ਗੱਲ ਦਾ ਜਿਹੜੇ ਚੜ ਕੇ ਗਏ? ਸਾਰੀ ਪਛਤਾਉਂਦੇ ਹੈਗੇ, ਜਿਵੇਂ ਜਨਰਲ ਬਰਾੜ ਹੈ ਪਛਤਾਉਂਦਾ ਬਹੁਤ ਹੈਗਾ। ਜਨਰਲ ਸੁੰਦਰ ਜੀ ਦੀ ਅਸੈਸਮੈਂਟ ਸੀ, ਪਹਿਲਾਂ ਤਾਂ ਕਹਿੰਦੇ ਇਹੀ ਸੀਗਾ ਵੀ ਮੈਂ ਸਭ ਤੋਂ ਜ਼ਿਆਦਾ ਐਗਜ਼ੀਕਿਊਟ ਕਰੂੰ ਇੰਦਰਾ ਗਾਂਧੀ ਦਾ, ਮੈਂ ਦੋ ਦਿਨਾਂ ਚ ਮੈਂ ਜਿਤਾਊਂਗਾ, 2 ਦਿਨਾਂ ਚ ਖਤਮ ਕਰ ਜੂਗਾ। ਜਦੋਂ ਉੱਥੇ ਫਸ ਗਿਆ, ਜਦੋਂ ਹੋਇਆ ਹਾਂ ਫਿਰ ਉਹ ਚੀਕਾ ਮਾਰੀ। ਪਿੰਡਾਂ ਵਾਲਾ ਕਹਿੰਦਾ ਸੀ ਵੀ BSF ਵਾਲਿਆਂ ਨੇ ਆਪਣਾ ਕੋਈ ਰੌਲਾ ਨਹੀਂ, ਇਹ ਆਪਾਂ ਨੂੰ ਫੜ ਕੇ ਨਹੀਂ ਮਾਰਦੇ, ਜੇ ਗੋਲੀ ਲੱਗ ਵੀ ਜਾਵੇ ਚੱਕ ਕੇ ਹਸਪਤਾਲ ਲੈ ਜਾਂਦੇ ਆ, ਉੱਥੇ ਸਾਨੂੰ ਦਵਾਈ ਵੀ ਦਿੰਦੇ ਆ, ਬਲੱਡ ਵੀ ਦੇ ਦਿੰਦੇ ਆ। BSF ਨਾਲ ਆਪਾਂ ਸਿੱਧੇ ਤਰੀਕੇ ਨਾਲ ਵਰਤਣਾ, ਐਨਕਾਊਂਟਰ ਹੁੰਦਾ ਕਰੋ। ਜਦੋਂ ਤੁਸੀਂ ਜਨਰਲ ਬਰਾੜ ਹੋਰਾਂ ਨੂੰ ਇਹ ਕਿਹਾ ਕਿ ਤੁਸੀਂ ਮੋਡੀਫਾਈਡ ਜੱਟੋਂ, ਤੁਹਾਨੂੰ ਇਹਦੀ Pure ਨਹੀਂ ਹੈਗੇ। psychology ਦੀ ਸਮਝ ਨਹੀਂ ਹੈ, ਹਾਂਜੀ ਹਾਂਜੀ, ਜੋ ਪੰਜਾਬ ਦੇ ਸਿੱਖਾਂ ਦੀ ਜੱਟਾਂ ਦੀ that's right। ਸਾਈਕੀ ਹੈ, ਹਾਂਜੀ। ਕੀ ਰਿਐਕਸ਼ਨ ਸੀ ਉਹਦੇ ਮੇਜ਼ ਤੇ ਮੁੱਕੀ ਮਾਰ ਕੇ ਜੰਪ ਕੀਤਾ, ਜਿਵੇਂ ਜਵਾਰ ਦਾ ਦਾਣਾ ਭੱਠੀ 'ਚ ਭੜਕਦਾ ਹੁੰਦਾ। ਇਸੇ ਓਪਨ ਮਿਊਟਨੀ, ਦਿਸ ਥਿੰਗ ਦੈਟ ਥਿੰਗ, ਇਹ ਉਹ ਕਾਫੀ ਉੱਚਾ ਨੀਵਾਂ ਬੋਲਿਆ। ਤੁਹਾਡੇ ਨਾਲ ਉਸ ਮੀਟਿੰਗ 'ਚ ਹੋਰ ਅਫਸਰ ਵੀ ਸੀਗੇ, ਆ ਸਾਰੀ ਦੱਸਿਆ ਤੁਹਾਨੂੰ ਇਹ ਸੀਗੇ। ਇਹਨਾਂ ਦਾ ਕੀ ਰਵੱਈਆ ਸਾਰਿਆਂ ਦਾ? ਤੇ ਚੁੱਪ ਕਰਕੇ ਬੈਠੇ ਹੋਏ ਸੀ ਸਾਰੇ, ਭਿੱਖੀਵਲੀ ਬੈਠ ਕੇ ਬੈਠੇ, ਕੋਈ ਨਹੀਂ, ਕਿਸੇ ਨੇ ਮੂੰਹ ਨਹੀਂ ਖੋਲਿਆ। ਸਸਪੈਂਡ ਕੀਤਾ ਉਦੋਂ? ਨਹੀਂ, ਉਹ ਡਿਸਮਿਸ ਕਰਨਾ ਸੀ ਬਗੈਰ ਇਨਕੁਆਇਰੀ ਤੋਂ। ਜੇ ਸਸਪੈਂਡ ਕਰੇ ਫਿਰ ਤਾਂ ਡਿਪਾਰਟਮੈਂਟ ਇਨਕੁਆਇਰੀ ਬਣ ਜਾਂਦੀ, ਉਹ ਲੰਬਾ ਚੌੜਾ ਹੋ ਜਾਂਦਾ। ਤੇ ਉਹਨਾਂ ਦਾ ਇਹ ਸੀ ਵੀ ਇਹਨੂੰ ਫਟਾਫਟ ਕੱਢ ਦਿਓ ਤੇ ਧੁੱਪਾ ਜਾ ਤੋੜ ਦਿਓ। ਕਿ ਜੋ ਇਹ ਹੋਇਆ ਇਹਨੂੰ ਰੋਕਿਆ ਜਾ ਸਕਦਾ ਸੀ, ਦੀ ਲੋੜ ਹੀ ਨਹੀਂ ਸੀਗੀ। ਕਸੂਰ ਦੋਨਾਂ ਦਾ ਹੀ ਹੈ ਜੀ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਜੀ ਇਹ ਤੁਹਾਡਾ ਜਿਹੜਾ ਇੰਪ੍ਰੈਸ਼ਨ ਹੈ ਇਹ ਗਲਤ ਹੈ ਕਿ ਭਿੰਡਰਾਂਵਾਲਾ ਸ਼ੋਅ ਆਫ ਸਟਰੈਂਥ ਨਾਲ ਸ਼ੋਅ ਕਰ ਦੇਗਾ। ਜੇ ਭਿੰਡਰਾਂਵਾਲਾ ਸਰੈਂਡਰ ਕਰ ਦੇਗਾ ਤੇ ਪਬਲਿਕ ਉਹਨੂੰ ਕੁੱਟ ਕੇ ਮਾਰ ਦੇਗੀ। ਤੁਸੀਂ ਜੇ ਇਹਨਾਂ ਦਾ ਪਾਣੀ ਕੱਟ ਦਿਓ, ਬਿਜਲੀ ਕੱਟ ਦਿਓ, ਖਾਣਾ ਕੱਟ ਦਿਓ, ਸਨਾਈਪਰ ਬਿਠਾ ਦਿਓ, ਤੇ ਉਸ ਤੋਂ ਬਾਅਦ ਜਿਹੜੇ ਯਾਤਰੂ ਮੁਫਤ ਫਸੇ ਹੋਏ ਨੇ ਇਹ ਕੱਢ ਦਿਓ। ਜਿਹੜਾ 100 ਬੰਦਾ ਹੈਗਾ ਉਹਨੂੰ ਤੁਸੀਂ ਅਟੈਕ ਕਰਕੇ 100 ਬੰਦਾ ਤਾਂ ਭਿੰਡਰਾਂਵਾਲੇ ਦਾ ਮਰੇਗਾ, 25 ਕੁ ਬੰਦੇ ਤੁਹਾਡੇ ਕੈਜੂਅਲ। ਇਸ ਤੋਂ ਵੱਧ ਹੋਣੀ ਨਹੀਂ ਚਾਹੀਦੀ। ਤੇ ਉਹਨਾਂ ਨੂੰ ਗੁੱਸਾ ਆ ਗਿਆ। ਆਈ ਐਮ ਏ ਜੱਟ ਸਿੱਖ। ਮੈਂ ਕਿਹਾ ਜੀ ਜੱਟ ਸਿੱਖ ਦੀਆਂ 2 ਪਛਾਣਾਂ ਹੁੰਦੀਆਂ ਨੇ, ਦਾੜੀ ਮੁੱਛਾਂ ਪਿੰਡ ਦਾ ਜੰਪਲ। ਨਾ ਜਨਾਬ ਦੇ ਦਾੜੀ ਮੁੱਛਾਂ ਨੇ ਤੇ ਨਾ ਜਨਾਬ ਪਿੰਡ ਦੇ ਜੰਪਲ। ਮੈਕਸਿਮਮ ਯੂ ਕੈਨ ਕਲੇਮ ਟੂ ਬੀ ਏ ਮੋਡੀਫਾਈਡ ਜੱਟ ਸਿੱਖ। ਆਈ ਐਮ ਏ ਪਿਓਰ ਜੱਟ ਸਿੱਖ, ਆਈ ਨੋ ਦੀ ਸਾਈਕੋਲੋਜੀ। ਇੱਥੇ ਲੜਾਈ ਹੋਏਗੀ, ਠੋਕੇ ਹੋਏਗੀ। ਮੈਨੂੰ ਲੱਗਦਾ ਜਿਹੜੀਆਂ ਮੰਗਾਂ ਸੀ ਸਰ ਅਨੰਦਪੁਰ ਦੇ ਮਤੇ ਵਾਲੀਆਂ ਜਾਂ ਹੋਰ ਮਸਲੇ, ਉਹਨਾਂ ਨੂੰ ਵੀ ਐਡਰੈਸ ਪ੍ਰੋਪਰ। ਦੇਖੋ ਪਾਣੀਆਂ ਦਾ ਮਸਲਾ ਜੇ ਉਵੇਂ ਖੜਾ ਹੈਗਾ, ਕੰਫਲਿਕਟਡ ਹੈਗਾ। ਇਹ ਝਗੜਾ ਤਾਂ ਅਕਾਲੀਆਂ ਦਾ ਹੈਗਾ ਜੀ। ਜਦੋਂ ਇਹ ਕੁਰਸੀ ਤੋਂ ਲੈ ਜਾਂਦੇ ਆ ਇਹਨਾਂ ਨੂੰ ਮਨ ਖਿਆਲ ਆ ਜਾਂਦਾ, ਤੇ ਜਦੋਂ ਇਹ ਕੁਰਸੀ ਤੇ ਆ ਜਾਂਦੇ ਸਭ 1997 ਚ ਇਹਨਾਂ ਦਾ ਇਲੈਕਸ਼ਨ ਮੈਨੀਫੈਸਟੋ ਸੀ ਅਕਾਲੀਆਂ ਦਾ। ਇੰਨਾ ਨੁਕਸਾਨ ਸਿੱਖਾਂ ਦਾ, ਪੰਜਾਬੀ ਦਾ, ਪੰਜਾਬ ਦਾ ਅਕਾਲੀਆਂ ਨੇ ਕੀਤਾ, ਇਹਨਾਂ ਕਿਸੇ ਨੇ ਨਹੀਂ ਕੀਤਾ। ਜਨਰਲ ਬਰਾੜ ਨੇ ਤੁਹਾਨੂੰ ਰਿਮੂਵ ਕਰਵਾਇਆ? ਹੀ ਸਪੋਕ ਟੂ ਦਾ BSF ਹੈਡਕੁਆਰਟਰਸ। ਤੁਸੀਂ ਪੁੱਛਿਆ ਨਹੀਂ ਜਦੋਂ ਤੁਹਾਨੂੰ ਹਟਾਇਆ ਗਿਆ? ਉਦੋਂ ਨੇ ਆਪਣੇ ਅਫਸਰਾਂ ਤੋਂ ਪੁੱਛਿਆ ਕਿ ਮੈਨੂੰ ਕਿਉਂ ਹਟਾਇਆ ਗਿਆ? ਦੇਸ਼ ਧਰੋਹ ਦਾ ਤੁਹਾਡੇ ਤੇ ਉਹ ਚਾਰਜ ਬਣਾਇਆ ਜੀ। ਤੁਹਾਡੇ ਘਰੇ ਸਰਚਾਂ ਹੋਈਆਂ? ਹਾਂ, ਮੇਰੇ ਘਰ ਵੀ ਆਏ ਜੀ, ਦਿੱਲੀ ਵੀ ਹੋਈਆਂ, ਪੰਜਾਬ 'ਚ ਵੀ ਹੋਈਆਂ। ਹਾਂ ਜੀ, ਉਹਦੇ ਚ ਮਾਈ ਵਾਈਫ ਹੈਡ ਏ ਗ੍ਰੇਟ ਸਪੋਰਟ ਫॉर ਮੀ। ਤਿੰਨ ਜੂਨ 1984 ਦਾ ਮੇਰਾ ਜਨਮ ਹੈ। ਮੇਰੇ ਜਨਮ ਤੋਂ 14 ਘੰਟਿਆਂ ਬਾਅਦ 3 ਜੂਨ 84 ਨੂੰ ਹੀ ਅੰਮ੍ਰਿਤਸਰ 'ਚ ਦਰਬਾਰ ਸਾਹਿਬ ਤੇ ਹਮਲੇ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਹੋ ਰਹੀ ਸੀ, ਤੇ ਇਸ ਮੀਟਿੰਗ ਨੂੰ ਹੈੱਡ ਕਰ ਰਿਹਾ ਸੀ ਜਨਰਲ ਬਰਾੜ। ਜਨਰਲ ਬਰਾੜ ਦੇ ਸਾਹਮਣੇ ਬੈਠੇ ਸੀ ਗੁਰਦਿਆਲ ਸਿੰਘ ਪੰਧੇਰ, DIG BSF, ਜਿਨ੍ਹਾਂ ਨੇ ਕਿਹਾ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲੇ ਦਾ ਤਰੀਕਾ ਠੀਕ ਨਹੀਂ ਹੈ। ਅੰਦਰ ਜੱਟ ਸਿੱਖ ਬੈਠੇ ਨੇ ਜਿਨ੍ਹਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਜਨਰਲ ਬਰਾੜ ਨੇ ਕਿਹਾ ਮੈਂ ਵੀ ਜੱਟ ਸਿੱਖ ਹਾਂ। ਪੰਧੇਰ ਹੋਰਾਂ ਨੇ ਕਿਹਾ ਤੁਸੀਂ ਮੋਡੀਫਾਈਡ ਜੱਟੋਂ, ਅਸੀਂ ਪਿੰਡਾਂ ਨੂੰ ਜਾਣਦੇ ਹਾਂ, ਅਕਾਲ ਤਖਤ ਸਾਹਿਬ ਦੇ ਲਈ ਆਪਣੀ ਜਿੰਦ ਜਾਨ ਲਾ ਦੇਣਗੇ। ਅਕਾਲ ਤਖਤ ਸਾਹਿਬ ਤੇ ਬੈਠੇ ਸਿੱਖ ਖਾੜਕੂ ਸਾਡੇ ਨਾਲ ਅੱਜ ਉਹ ਸ਼ਖਸ ਨੇ ਜਿਨ੍ਹਾਂ ਬਾਰੇ GBS ਸਿੱਧੂ ਜਿਹੜੀ ਕਿਤਾਬ ਲਿਖੀ ਹੈ ਖਾਲਿਸਤਾਨ ਕੌਂਸਪੀਰੇਸੀ, ਉਹਦੇ 'ਚ ਵੀ ਜ਼ਿਕਰ ਕਰਦੇ ਨੇ ਪੰਧੇਰ ਹੋਰਾਂ ਦਾ। ਪੰਧੇਰ ਹੋਰਾਂ ਦੇ ਘਰੇ ਸਰਚਾਂ ਹੁੰਦੀਆਂ ਨੇ, CBI ਫਾਈਲਾਂ ਬਣਾਉਂਦੀ ਆ, ਬਹੁਤ ਸਾਰਾ ਕੁਝ ਹੁੰਦਾ ਕਿ ਪੰਧੇਰ ਨੂੰ ਟਾਰਗੇਟ ਕਿਵੇਂ ਕਰਨਾ। ਪਰ ਪੰਧੇਰ ਬੇਹੱਦ ਇਮਾਨਦਾਰ ਅਫਸਰ,
ਜਿਨ੍ਹਾਂ ਨੇ ਕਿਸੇ ਤੋਂ ਕਦੇ ਚਾਹ ਵੀ ਨਹੀਂ ਪੀਤੀ ਸੀ, ਕੁਝ ਨਹੀਂ ਨਿਕਲਿਆ, ਬਾਅਦ ਚੋਂ ਲੰਬਾ ਸਮਾਂ ਸਰਵਿਸ ਕੀਤੀ, ਰਿਟਾਇਰ ਹੋਏ, ਸਾਡੇ ਨਾਲ ਨੇ। ਗੱਲਬਾਤ ਸ਼ੁਰੂ ਕਰਦੇ ਹਾਂ ਉਸ ਮੀਟਿੰਗ ਤੋਂ ਵੀ, ਤੇ ਨਾਲ ਹੀ ਕੀ ਮਾਹੌਲ ਸੀ ਉਹਨਾਂ ਦਿਨਾਂ 'ਚ ਅੰਮ੍ਰਿਤਸਰ ਦਾ, ਔਰ ਇਹ ਜੁਰਤ ਜਿਹੜੀ ਉਹਨਾਂ ਨੇ ਦਿਖਾਈ, ਕਿਉਂਕਿ ਪੂਰੀ ਦੁਨੀਆ ਨੇ ਬਾਅਦ ਚੋਂ ਕਿਹਾ, ਭਾਰਤ ਦੀ ਸਰਕਾਰ ਨੇ ਕਿਹਾ, ਗਾਂਧੀ ਨਹਿਰੂ ਪਰਿਵਾਰ ਨੇ ਕਿਹਾ ਗਲਤ ਹੋਇਆ, ਸਭ ਨੇ ਮਾਫੀਆਂ ਮੰਗੀਆਂ, ਪਰ ਉਦੋਂ ਜਿਹੜਾ ਇੱਕੋ ਸ਼ਖਸ ਕਹਿ ਰਿਹਾ ਸੀ ਮੀਟਿੰਗ 'ਚ ਕਿ ਇਹ ਗਲਤ ਹੈ, ਨਾ ਕਰੋ, ਇਹਦੇ ਖਮਿਆਜ਼ੇ ਭੁਗਤਣੇ ਪੈਣਗੇ, ਉਹ ਸਨ ਗੁਰਦਿਆਲ ਸਿੰਘ ਪੰਧੇਰ ਸਾਡੇ ਨਾਲ ਨੇ। ਸਵਾਗਤ ਹੈ ਸਰ, ਬਹੁਤ ਬਹੁਤ ਪ੍ਰੋ ਪੰਜਾਬ ਟੀਵੀ ਦਾ। ਸਰ ਮੈਂ ਤਾਂ ਵੈਸੇ ਜਦੋਂ ਕਿਤਾਬ ਪੜ੍ਹੀ ਉਹ 'ਚ ਮੈਂ ਤੁਹਾਡਾ ਚੈਪਟਰ ਪੜ੍ਹਿਆ, ਮੈਨੂੰ ਬੜੀ ਇੱਛਾ ਹੋਈ, ਸੱਚੀ ਕਹਾਂ, ਮਤਲਬ ਮੈਨੂੰ ਲੱਗਿਆ ਜੇ ਫੈਨ ਹੋ ਜਾਂਦਾ ਨਾ ਬੰਦਾ, ਮੈਨੂੰ ਅਕਸਰ ਮੈਂ ਕਹਿੰਦਾ ਨਹੀਂ ਹੁੰਦਾ ਕਿਸੇ ਇੰਟਰਵਿਊ 'ਚ, ਪਰ ਮੈਨੂੰ ਲੱਗਿਆ ਤੁਸੀਂ ਚਾਹੇ ਇੰਟਰਵਿਊ ਨਾ ਦੇਵੋ, ਤੁਹਾਨੂੰ ਮਿਲਣਾ ਜ਼ਰੂਰ ਹੈਗਾ। ਮੈਂ ਤਾਂ ਲੱਭਣਾ ਸ਼ੁਰੂ ਕੀਤਾ। ਕੀ ਸੀ ਉਹ ਦਿਨ ਸਰ? ਮਤਲਬ ਬੜਾ ਉਦਾਸ ਦਿਨ ਸੀ 3 ਜੂਨ ਦਾ ਸਰ। ਕਿਵੇਂ ਮੀਟਿੰਗ ਹੋਈ, ਕਿਵੇਂ ਬੁਲਾਇਆ ਗਿਆ, ਕੀ ਗੱਲ ਸੀਗੀ ਸਾਰੀ ਸਰ? ਉਹਨਾਂ ਦਿਨਾਂ 'ਚ ਐਟਮੋਸਫੀਅਰ ਕਾਫੀ ਟੈਂਸ ਸੀ ਤੇ ਹਰ ਰੋਜ਼ ਕਿਤੇ ਨਾ ਕਿਤੇ ਇਨਸੀਡੈਂਟ ਹੁੰਦਾ ਸੀ, ਤੇ ਭਾਰਤ ਸਰਕਾਰ ਨੇ ਸੰਤ ਭਿੰਡਰਾਂ ਵਾਲੇ ਨੂੰ ਅਕਾਲ ਤਖ਼ਤ 'ਚੋਂ ਕੱਢਣ ਵਾਸਤੇ ਆਰਮੀ ਨੂੰ ਸਿਚੁਏਸ਼ਨ ਹੈਂਡਓਵਰ ਕਰਤੀ ਸੀ। 3 ਤਰੀਕ ਨੂੰ ਕਰਫਿਊ ਲੱਗ ਗਿਆ ਸੀ ਤੇ ਜਨਰਲ ਕੁਲਦੀਪ ਸਿੰਘ ਬਰਾੜ ਨੇ ਉੱਥੇ ਮਿਲਟਰੀ ਐਂਡ ਸਿਵਲ ਅਫਸਰਾਂ ਦੀ ਆਰਮੀ ਕੰਟੋਨਮੈਂਟ 'ਚ ਮੀਟਿੰਗ ਬੁਲਾਈ। ਉੱਥੇ ਸਾਨੂੰ ਬਰੀਫ ਕੀਤਾ ਕਿ ਇੱਕ ਕ੍ਰਿਮੀਨਲ ਆ ਕੇ ਇੱਥੇ ਆ ਬੈਠਿਆ, ਅਸੀਂ ਉਹਨੂੰ ਕੱਢਣਾ ਹੈਗਾ। ਇਟ ਇਜ਼ ਏ ਵੈਰੀ ਵੈਰੀ ਮਾਈਨਰ ਆਪਰੇਸ਼ਨ, ਮਾਈਨਰ ਸਰਜੀਕਲ ਆਪਰੇਸ਼ਨ, ਇਟ ਵਿਲ ਬੀ ਓਵਰ ਇਨ ਨੋ ਟਾਈਮ। ਸੋ ਦੈਨ ਹੀ ਐਕਸਪਲੇਨਡ ਅਦਰਸ। ਅਸੀਂ ਉੱਥੇ ਕਾਫੀ ਅਫਸਰ ਸੀਗੇ, ਸਿਵਲ ਵੱਲੋਂ ਸਰਦਾਰ ਸੁਰਜੀਤ ਸਿੰਘ DIG ਪੰਜਾਬ ਪੁਲਿਸ ਸੀਗੇ, ਮਿਸਟਰ SI ਸ਼ਰਮਾ ਐਡੀਸ਼ਨਲ DG ਸੀ, ਸਰਦਾਰ ਗੁਰਦੇਵ ਸਿੰਘ ਬਰਾੜ DC ਸੀਗੇ, ਉਹਨੂੰ ਛੁੱਟੀ ਹੋ ਗਈ ਸੀ, ਸੈਂਕਸ਼ਨ ਹੋ ਗਈ ਸੀ। ਉੱਤੇ ਸਰਦਾਰ ਰਮੇਸ਼ਿੰਦਰ ਸਿੰਘ ਜਿਹੜੇ ਉਹਦੇ ਟੇਕ ਓਵਰ ਕੀਤਾ ਸੀ। ਦੈਨ ਦਿਸ ਮਹਿੰਦਰਪਾਲ ਸਿੰਘ ਔਲਖ ਜਿਹਦੇ ਬਾਅਦ 'ਚ DGP CID ਰਿਟਾਇਰ ਹੋਏ, ਇਹ ਇੰਟੈਲੀਜੈਂਸ ਬਿਊਰੋ ਦੇ ਉੱਥੇ ਰਿਪਰੈਜ਼ੈਂਟੇਟਿਵ ਸੀ। ਤੇ ਮਤਲਬ ਸਾਰੇ ਅਫਸਰਾਂ ਨੂੰ ਉਹਨੇ ਬਰੀਫ ਕੀਤਾ ਕਿ ਇਟ ਵਿਲ ਬੀ ਓਵਰ ਇਨ ਨੋ ਟਾਈਮ ਐਂਡ ਵੀ ਡੋਂਟ ਹੈਵ ਟੂ ਫੀਲ ਹਰਟ। ਤੇ ਜਦੋਂ ਉਹ ਸਾਰਾ ਕਹਿ ਬੈਠੇ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਜੀ ਇਹ ਤੁਹਾਡਾ ਜਿਹੜਾ ਇੰਪ੍ਰੈਸ਼ਨ ਹੈ ਇਹ ਗਲਤ ਹੈ ਕਿ ਭਿੰਡਰਾਂਵਾਲਾ ਸ਼ੋਅ ਆਫ ਸਟਰੈਂਥ ਨਾਲ ਸ਼ੋਅ ਕਰ ਦੇਗਾ। ਇਹ ਭਿੰਡਰਾਂਵਾਲਾ ਸਰੈਂਡਰ ਕਰ ਦੇਗਾ ਤੇ ਪਬਲਿਕ ਉਹਨੂੰ ਕੁੱਟ ਕੇ ਮਾਰ ਦੇਗੀ। ਤਾਂ ਭਿੰਡਰਾਂਵਾਲੇ ਵਿਲ ਪ੍ਰੈਫਰ ਟੂ ਡਾਈ, ਇਹ ਤਾਂ ਇਹਨਾਂ ਦੇ ਸ਼ਾਸਤਰ 'ਚ ਲਿਖਿਆ ਹੋਇਆ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੀ ਹਿਤਪੁਰ, ਲੜਾਈ ਹੋਏਗੀ ਠੋਕ ਕੇ ਹੋਏਗੀ। ਭਿੰਡਰਾਂਵਾਲੇ ਦੇ 100 ਬੰਦੇ ਕਮਿਟਡ ਨੇ, ਉਹ ਤਾਂ ਮਰਨੇ ਹੀ ਮਰਨੇ ਹੈਗੇ ਆ। ਤੇ ਤੁਸੀਂ ਇਹਨਾਂ ਦਾ ਫਿਰ ਇਹਨਾਂ ਦੇ ਸ਼ਾਸਤਰ ਲਿਖਿਆ, ਮਾਝੇ ਦੇ ਸਿੱਖ ਹੱਠੀ ਤੁਰਕ ਫੌਜ ਫਿਰ ਡਰ ਨੱਠੀ। ਇਹ ਦੇ ਕੈਨਟ ਬੀ ਬੈਟਰ ਡੈਥ ਫਾਰ ਏ ਸਿੱਖ ਦੈਨ ਟੂ ਡਾਈ ਡਿਫੈਂਡਿੰਗ ਹਿਸ ਫੇਥ ਐਂਡ ਦੈਟ ਟੂ ਪਾਰਟੀਕੂਲਰਲੀ ਦਰਬਾਰ ਸਾਹਿਬ। ਤੁਸੀਂ ਜੇ ਇਹਨਾਂ ਦਾ ਪਾਣੀ ਕੱਟ ਦਿਓ, ਬਿਜਲੀ ਕੱਟ ਦਿਓ, ਖਾਣਾ ਕੱਟ ਦਿਓ, ਸਨਾਈਪਰ ਬਿਠਾ ਦਿਓ, ਅਤੇ ਉਸ ਤੋਂ ਬਾਅਦ ਜਿਹੜੇ ਯਾਤਰੂ ਮੁਫਤ ਫਸੇ ਹੋਏ ਨੇ ਇਹ ਕੱਢ ਦਿਓ। ਜਿਹੜਾ 100 ਬੰਦਾ ਹੈਗਾ ਉਹਨੂੰ ਤੁਸੀਂ ਅਟੈਕ ਕਰਕੇ 100 ਬੰਦਾ ਤਾਂ ਭਿੰਡਰਾਂਵਾਲੇ ਦਾ ਮਰੇਗਾ, 25 ਬੰਦੇ ਤੁਹਾਡੇ ਕੈਜੂਅਲਟੀ, ਇਸ ਤੋਂ ਵੱਧ ਹੋਣੀ ਨਹੀਂ ਚਾਹੀਦੀ। ਅਤੇ ਉਹ ਉਹਨਾਂ ਨੂੰ ਗੁੱਸਾ ਆ ਗਿਆ। ਮੈਂ ਕਿਹਾ ਜੀ ਯੂ ਗਿਵ ਮੀ ਇਨ ਰਾਈਟਿੰਗ ਵਿਦ ਪ੍ਰੋਵੀਜ਼ਨਸ ਆਫ ਲਾ, ਕਿਉਂਕਿ ਸਾਡੇ ਤਾਂ ਉਸਤਾਦ ਨੇ ਇਹ ਦੱਸਿਆ ਵੀ ਜਦੋਂ ਵੀ ਕੋਈ ਕੰਮ ਕਰਨਾ ਕਾਗਜ਼ ਪੂਰੇ ਕਰਨੇ ਆ। 1919 'ਚ ਜਲਿਆਂਵਾਲਾ ਬਾਗ ਹੋਇਆ, ਉਹਦੇ 'ਤੇ ਵੀ ਲਾਰਡ ਹੰਟਰ ਇਨਕੁਆਇਰੀ ਕਮਿਸ਼ਨ ਬੈਠਿਆ ਸੀ। ਉਹਨੇ ਦੇ ਪਾਸ ਸੀਰੀਅਸ ਸਟ੍ਰਿਕਚਰਸ ਅਗੇਂਸਟ ਬ੍ਰਿਗੇਡੀਅਰ ਜਨਰਲ RH ਡੈਰ। ਇੱਥੇ ਵੀ ਸੂਨਰ ਔਰ ਲੇਟਰ ਹਾਈ ਪਾਵਰਡ ਕਮਿਸ਼ਨ ਸੁਪਰੀਮ ਕੋਰਟ ਦੇ ਜੱਜ ਦਾ ਬੈਠੇਗਾ। ਮੈਂ ਤਾਂ ਕਾਗਜ਼ ਪੱਕੇ ਕਰਕੇ ਅੱਗੇ ਚੱਲਣਾ, ਮੈਂ ਜਵਾਨੀ ਤੁਹਾਡੀ ਹੀ ਉਹਨੇ ਥੰਪ ਦਾ ਟੇਬਲ ਇਜ਼ ਓਪਨ ਮਿਊਟਰੀ। ਮੈਂ ਕਿਹਾ ਜੀ ਮਿਊਟਰੀ ਨਹੀਂ ਹੈਗੀ, ਇਹ ਤਾਂ ਅਕਲ ਦੀ ਗੱਲ ਹੈ, ਸਾਡੇ ਤਾਂ ਉਸਤਾਦ ਨੇ ਇੱਥੇ ਕਾਗਜ਼ ਪੂਰੇ ਕਰਨੇ ਆ, ਉਦੋਂ ਬਾਅਦ ਮੈਂ ਨਹੀਂ ਕਰਦਾ ਹੈਗਾ। तो I will not attack anything. You give me writing. ਜੇ ਲੀਗਲ ਹੈ I will carry out. ਜੇ illegal ਹੈ write back. So they note. तो ਉਹਦੇ 'ਚ ਮੀਟਿੰਗ ਵਾਸ ਤੁਹਾਡੇ ਤੇ ਭੜਕੇ, ਮਤਲਬ ਬਹੁਤ ਭੜਕੇ ਜੀ। ਉਹ ਮੁੱਕੀ ਮਾਰੀ, ਇਟਸ ਦੀ ਓਪਨ ਮਿਊਟਰੀ, ਦਿਸ ਥਿੰਗ ਦੈਟ ਥਿੰਗ, ਦੈਟ ਆਈ ਐਮ ਏ ਜੱਟ ਸਿੱਖ। ਮੈਂ ਕਿਹਾ ਜੀ ਜੱਟ ਸਿੱਖ ਦੀਆਂ 2 ਪਛਾਣਾਂ ਹੁੰਦੀਆਂ ਨੇ, ਦਾੜੀ ਮੁੱਛਾਂ ਪਿੰਡ ਦਾ ਜੰਪਲ। ਨਾ ਜਨਾਬ ਦੇ ਦਾੜੀ ਮੁੱਛਾਂ ਨੇ ਤੇ ਨਾ ਜਨਾਬ ਪਿੰਡ ਦੇ ਜੰਪਲ। ਮੈਕਸੀਮਮ ਯੂ ਕੈਨ ਕਲੇਮ ਟੂ ਬੀ ਏ ਮੋਡੀਫਾਈਡ ਜੱਟ ਸਿੱਖ। ਆਈ ਐਮ ਏ ਪਿਓਰ ਜੱਟ ਸਿੱਖ, ਆਈ ਨੋ ਦੀ ਸਾਈਕੋਲੋਜੀ। ਇੱਥੇ ਲੜਾਈ ਹੋਏਗੀ, ਠੋਕ ਕੇ ਹੋਏਗੀ, ਅਤੇ ਇਟ ਵਿਲ ਨਾਟ ਬੀ ਦੈਟ ਈਜੀ। ਉਹਦੇ ਦੈਨ ਦਾ ਮੀਟਿੰਗ ਵਾਜ਼ ਕਾਲਡ ਆਫ। ਦੈਨ ਹੀ ਹੈਜ਼ ਐਗਰੀਡ that they will take out those people। then ਉਸੇ ਰਾਤ ਨੂੰ ਉਹਨਾਂ ਨੇ ਫਾਇਰਿੰਗ ਕੀਤੀ। ਸਵੇਰੇ ਜਦੋਂ ਪਰਿਕਰਮਾ 'ਚ ਲੋਕ ਨਹਾ ਰਹੇ ਸੀ, ਕਾਫੀ ਕੈਜੂਅਲਟੀਜ਼ ਹੋ ਗਈਆਂ। ਦੂਜੇ ਦਿਨ ਸਾਡੀ 4 ਤਰੀਕ ਨੂੰ ਫਿਰ 11 ਵਜੇ ਮੀਟਿੰਗ ਹੋਈ
ਤੇ ਮੈਂ ਉਹ ਰਿਪੋਰਟ ਸੀਕ੍ਰੇਟ ਭੇਜਤੀ ਗਵਰਨਮੈਂਟ ਆਫ ਇੰਡੀਆ ਨੂੰ ਕਿ ਜੀ ਇਸ ਤਰ੍ਹਾਂ ਹੈਗਾ ਤੇ ਆਪਰੇਸ਼ਨ ਬੜਾ ਡਿਫੈਕਟਿਵ ਹੈਗਾ ਤੇ ਇਟ ਵਿਲ ਬੀ ਡਿਫਿਕਲਟ ਟੂ ਐਕਸਪਲੇਨ ਬਿਫੋਰ ਦਾ ਜੁਡੀਸ਼ੀਅਲ ਇਨਕੁਆਇਰੀ ਕਮਿਸ਼ਨ। ਤੇ ਉਹਨੂੰ ਰਿਪੋਰਟ ਘੁੰਮਦੀ ਉਹ ਜਨਰਲ ਬਰਾੜ ਸਿੰਘ ਕੋਲ ਆ ਗਈ, ਕਹਿੰਦੇ ਜੀ ਆਈ ਹੈਵ ਸੈਂਟ ਅ ਰਿਪੋਰਟ ਅਗੇਂਸਟ ਯੂ ਮੀ। I says, I have not sent a report against you. I have given my assessment to my senior officers. And I will send in future also. It is a secret report. I have not given to the press or public. This nobody knows. So in future also, then I was removed on 4th, 11:30. ਜਨਰਲ also. ਬਰਾੜ ਨੇ ਤੁਹਾਨੂੰ ਰਿਮੂਵ ਕਰਵਾਇਆ And ਜਾਂ ਉਹ ਕਰ ਸਕਦੇ ਸੀ? he spoke to the BSF headquarters. Then BSF headquarters IG Tripathi came. He brought Mr. PN ਚਤੁਰਵੇਦੀ ਐਡੀਸ਼ਨਲ DG, ਉਹਨੂੰ ਮੇਰਾ ਚਾਰਜ ਦਵਾਤਾ। ਮੈਨੂੰ ਉਹਨਾਂ ਨੇ ਐਸਕੋਰਟ ਦੇ ਕੇ ਮੈਨੂੰ ਆਪਣੇ ਪਿੰਡ ਲੁਧਿਆਣਾ ਡਿਸਟ੍ਰਿਕਟ ਛੱਡਿਆ ਹੈ ਤੇ ਉੱਥੇ ਮੈਂ 30 ਦਿਨ ਰਿਹਾ ਜੀ। ਤੁਸੀਂ ਪੁੱਛਿਆ ਨਹੀਂ ਜਦੋਂ ਤੁਹਾਨੂੰ ਹਟਾਇਆ ਗਿਆ ਉਦੋਂ ਨੇ ਆਪਣੇ ਅਫਸਰਾਂ ਤੋਂ ਪੁੱਛਿਆ ਕਿ ਮੈਨੂੰ ਕਿਉਂ ਹਟਾਇਆ ਗਿਆ? ਉਹਨੂੰ ਪੁੱਛਦਾ ਪਤਾ ਹੀ ਸੀਗਾ ਜੀ, ਉਹਨੂੰ ਰਿਫਿਊਜ਼ ਕੀਤਾ ਹੈਗਾ। ਤੇ ਫਿਰ ਤੁਹਾਨੂੰ ਪਿੰਡ ਵੀ ਤੁਹਾਨੂੰ ਮਤਲਬ ਤੁਹਾਡੇ ਤੇ ਤੁਹਾਨੂੰ ਸੁਰੱਖਿਆ ਦਸਤੇ ਦੇ ਕੇ ਤੁਹਾਡੇ ਧਿਆਨ ਰੱਖਿਆ ਗਿਆ? ਮੇਰੇ ਤੇ ਹਾਲ ਦਾ CID ਲੱਗੀ ਹੋਈ ਸੀ, ਆਉਂਦੇ ਸੀ, ਮੈਂ ਕਿਸੇ ਨੂੰ ਮਿਲਿਆ ਨਹੀਂ, ਪੰਚਾਇਤਾਂ ਆਉਂਦੀਆਂ ਸੀਗੀਆਂ, ਮੈਂ ਕਿਸੇ ਪੰਚਾਇਤ ਨੂੰ ਮਿਲਿਆ ਨਹੀਂ। ਇਹੀ ਕਿਹਾ ਵੀ ਸ਼ਾਂਤੀ ਰੱਖੋ, ਗੁਰੂ ਅਰਜਨ ਦੇਵ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਦਿੱਤੀ ਹੈ ਸ਼ਾਂਤੀ ਨਾਲ, ਤਾਂ ਸ਼ਾਂਤੀ ਰੱਖੋ, ਕੋਈ ਭਟਕਣ ਦੀ ਲੋੜ ਨਹੀਂ, ਇਹ ਆਪਣਾ ਦੇਸ਼ ਹੈਗਾ, ਸਭ ਕੁਛ ਹੈਗਾ ਤੇ ਕੋਈ ਐਜੀਟੇਸ਼ਨ ਕਰਨ ਦੀ ਲੋੜ ਨਹੀਂ। ਤਾਂ ਪਰ ਮੈਂ ਪੰਚਾਇਤਾਂ ਨੂੰ ਮਿਲਿਆ ਨਹੀਂ ਕਿਸੇ ਨੂੰ, ਤੇ ਉਹ ਮੈਨੂੰ ਕਹਿੰਦੇ ਸੀ ਜੀ ਇਹ ਉਹ, ਮੈਂ ਕਿਹਾ ਵੀ ਠੀਕ ਹੈ ਮੈਂ ਨਹੀਂ ਕਰਨਾ ਹੈਗਾ। ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਪਿੰਡਾਂ ਵਾਲਿਆਂ ਨੂੰ? ਸਾਰਿਆਂ ਨੂੰ ਪਤਾ ਲੱਗ ਗਿਆ ਸੀ। ਖਬਰਾਂ ਵੀ ਛਪੀਆਂ ਉਹਨਾਂ ਦਿਨਾਂ ਚ ਮਤਲਬ ਇਸ ਮਸਲੇ ਤੇ ਇਸ ਤਰ੍ਹਾਂ ਦੀਆਂ ਵੀ ਤੁਸੀਂ ਤਾਂ ਹਟਾਏ ਗਏ ਹੋ, ਮੀਟਿੰਗ ਚ ਵਿਰੋਧ ਕੀਤਾ? ਇੰਡੀਅਨ ਐਕਸਪ੍ਰੈਸ 'ਚ ਛਪੀ ਸੀ, ਬਾਅਦ 'ਚ ਕੁਛ ਦੇਰ ਬਾਅਦ ਇੰਡੀਆ ਟੂਡੇ 'ਚ ਵੀ ਆਰਟੀਕਲ ਆਏ ਨੇ। ਤੇ ਮੈਂ ਆਪਣੇ ਪਿੰਡ ਰਿਹਾ ਜੀ ਇੱਕ ਮਹੀਨਾ, ਉਸ ਤੋਂ ਬਾਅਦ ਫਿਰ ਮੈਂ ਖਤਮ ਹੋਣ ਤੋਂ ਬਾਅਦ ਛੁੱਟੀ ਤੋਂ ਅੰਮ੍ਰਿਤਸਰ ਚਲੇ ਗਿਆ। ਉਹਨਾਂ ਨੇ ਫਿਰ ਮੈਨੂੰ ਉੱਥੋਂ ਦਿੱਲੀ ਅਟੈਚ ਕਰ ਦਿੱਤਾ ਜੀ। ਫਿਰ ਮੇਰੀ ਉਹ ਰਿਪੋਰਟ ਬਣਾਤੀ ਫਾਰ ਬਾਈ ਡਿਸਮਿਸਲ under Article 311 in the interest of the security of the state without inquiry, ਦੇਸ਼ ਧਰੋਹੀ। ਤੇ ਉਹਦੇ 'ਚ ਦੇਸ਼ ਧਰੋਹ ਦਾ ਤੁਹਾਡੇ ਤੇ ਉਹ ਚਾਰਜ ਬਣਾਇਆ ਜੀ। ਤੇ ਉਹ ਮੇਰੀ ਫਾਈਲ ਘੁੰਮਦੀ ਤੇ ਪਹਿਲਾਂ ਤਾਂ ਹੋਮ ਸੈਕਟਰੀ ਕੋਲ ਸੀ, ਹੋਮ ਸੈਕਟਰੀ ਕੋਲ ਮੇਰੇ ਚੀਫ ਸੈਕਟਰੀ ਸੀ ਮਨੀਪੁਰ ਦੇ ਮਿਸਟਰ DN ਬਰੂਆ। तो होम सेक्रेटरी साहब उन्होंने पूछ बैठे, बरुआ दिस इज द अफसर, ही से ही इज माय आउटस्टैंडिंग अफसर, यू कीप मी इन राइटिंग, आई विल टेक हिम बैक। उन्हें इमीजिएटली चिट दे दी तो वो काफ़ी असर पै गया भी ये सारी ठीक बोलते हैं। फिर दैन करते कराते मेरी फाइल प्राइम मिनिस्टर ऑफिस पहुँच गई डिसमिसल वास्ते। उत्थे PC अलेक्जेंडर जिहड़े सीगे वो सैकटरी टू प्राइम मिनिस्टर सी, उन्हें मेरी फाइल पढ़ के उन्हें देखा भी ये इन्ने साल की नौकरी है, इत्थे नॉर्थ ईस्ट भी 12 साल ला के आया, उत्थे भी कुछ नहीं है। ऑल ऑफ ए सडन दैन पंजाब के IGP ਸੀਗੇ ਮਿਸਟਰ PS ਭਿੰਡਰ, ਇਹਨੂੰ ਉਹਨਾਂ ਨੇ ਬੁਲਾਇਆ ਕਿ ਭਿੰਡਰ ਆ ਕਿਵੇਂ ਆ, ਕਿਉਂਕਿ ਉੱਥੇ ਅਪ੍ਰੈਲ ਦੇ ਮਹੀਨੇ ਇੱਕ ਹਰਵੰਸ ਲਾਲ ਖੰਨਾ ਸੀ ex MLA BJP ਦਾ, ਜਨਸੰਘ ਕਹਿੰਦੇ ਸੀ ਉਸ ਵੇਲੇ, ਉਹ ਟੈਰਰਿਸਟਾਂ ਨੇ ਮਾਰਤਾ ਸੀ, ਉਹਦੇ ਫਿਊਨਰਲ 'ਚ ਚਲਿਆ ਗਿਆ। ਜਨਸੰਘੀ ਇੰਨੇ ਗੁੱਸੇ ਸੀਗੇ, ਉਹਨਾਂ ਨੇ ਦੀ ਵਰਦੀ ਫਾੜ ਤੇ ਇਹਨੂੰ ਆਲਮੋਸਟ ਕਿਲ ਮਾਰ ਕਰ ਦੇਣਾ ਸੀ, PS ਭਿੰਡਰ ਨੂੰ ਮਾਰ ਦੇਣਾ ਸੀ, ਤੇ ਵਰਦੀ ਫਾੜਤੀ ਇਹਨੂੰ ਜੀ। BSF ਨੇ ਵਿੱਚ ਹੋ ਕੇ ਅਸੀਂ ਇਹਨੂੰ ਬਚਾਇਆ ਕਿ ਵੀ ਅਸੀਂ ਗੋਲੀ ਮਾਰ ਦਾਂਗੇ ਜੀ, ਹੱਥ ਲੈ ਗਿਆ। ਪੰਜਾਬ ਪੁਲਿਸ ਉੱਥੋਂ ਭੱਜ ਗਈ ਸੀ ਤੇ ਇਹਨੂੰ ਬਚਾਇਆ। ਸੋ ਹੀ ਹੈਡ ਏ ਰਿਸਪੈਕਟ ਫਾਰ ਮੀ। ਤੇ ਉਹ ਭਿੰਡਰ ਸਾਹਿਬ ਨੂੰ ਬੁਲਾਇਆ, ਉਹ ਕਹਿੰਦਾ ਜੀ ਜਿਹੜੇ ਅਕਾਲੀ ਦਲ ਹੈ ਇਹ ਕਾਂਗਰਸ ਦਾ ਪ੍ਰਾਇਮਰੀ ਸਕੂਲ ਹੈ, ਕਾਂਗਰਸ ਪੋਲੀਟੀਸ਼ੀਅਨ ਤਿਆਰ ਕਰਦੀ ਹੈ, ਅਕਾਲੀ ਤਿਆਰ ਕਰਦੇ ਆ, ਕਾਂਗਰਸ ਵਰਤ ਲੈਂਦੀ ਹੈ, ਜਿਵੇਂ ਸਰਦਾਰ ਬਲਦੇਵ ਸਿੰਘ, ਸਰ ਸਵਰਨ ਸਿੰਘ, ਗੁਰਮੁਖ ਸਿੰਘ ਮੁਸਾਫਰ, ਸਾਰੇ ਉਹਨੇ ਦੱਸੇ ਜੀ। ਕਹਿੰਦੇ ਜੀ ਇੱਕੋ ਇੱਕ ਪਿਓਰ ਕਾਂਗਰਸੀ ਹੋਇਆ ਸਰਦਾਰ ਦਰਬਾਰਾ ਸਿੰਘ, वही फेल हो गया, he was not a successful politician. So you will be creating a politician who has very limited needs, दाल सब्जी खाता और कुछ बनना आंदा, तो पढ़िया लिखा आदमी है, इन्हों तुसी परचेज नहीं कर सकोगे, he will be more troublesome. So better is तुसी अकाली दल च जा सकते हो। हाँ, ਇਹ ਤੁਹਾਡੀ ਬੈਕਗ੍ਰਾਉਂਡ ਵੀ ਪਰਿਵਾਰ ਦੀ ਸੀ? नहीं कोई मैं पहले मैटर क्या जी कर, पर ਤੁਸੀਂ ਅਕਾਲੀ ਦਲ ਜਾ ਸਕਦੇ ਹੋ ਜੇ ਤੁਹਾਨੂੰ ਬਰਖਾਸਤ ਕਰਦੇ ਆ। ਨੈਚੁਰਲੀ ਜਦ ਮਰਦਾ ਕੀ ਨਹੀਂ ਕਰਦਾ, ਇਹੀ ਕਰਨਾ ਸੀ। ਤੇ ਨਾ ਕਰਦੇ 10 ਮਹੀਨੇ ਮੈਂ ਸਿੱਖ ਧਰਮ ਬਹੁਤ ਸਟੱਡੀ ਕੀਤਾ ਜੀ ਭਾਈ ਵੀਰ ਸਿੰਘ ਸਦਨ 'ਚ। ਹਾਂਜੀ 8-10 ਘੰਟੇ ਰੋਜ਼ ਪੜ੍ਹਦਾ ਸੀ। ਤੇ ਉਸ ਤੋਂ ਬਾਅਦ ਉਹ ਭਿੰਡਰ ਸਾਹਿਬ ਕਹਿੰਦੇ ਜੀ ਤੁਸੀਂ ਇਹਦੇ 'ਤੇ ਕੋਈ ਕਰਪਸ਼ਨ ਦਾ ਕੇਸ ਬਣਾ ਲਓ। ਦੈਨ ਮਿਸਟਰ ਅਲੈਗਜੈਂਡਰ ਰੋਡ ਫਾਈਂਡ ਆਊਟ ਹਿਜ਼ ਇੰਟੈਗ੍ਰਿਟੀ ਰਾਈਟ ਫॉर ਜੁਆਇਨਿੰਗ ਆਫ ਸਰਵਿਸ। तो दे इंक्वायरी उन्होंने कुछ नहीं लभ्या मेरे खिलाफ। घरे सर्चां होईयां? हाँ मेरे घर भी आए जी, मेरी भी होईयां, पंजाब च भी। हाँ जी, ਉਹਦੇ 'ਚ माई वाइफ हैड ए ग्रेट सपोर्ट फॉर मी। ਤੇ ਉਹਦੇ 'ਚ ਉਹ DSP ਸੀ, 2 ਇੰਸਪੈਕਟਰ ਆਏ, ਤੇ ਉਹ ਜਦੋਂ ਮੇਰਾ ਕੇਸ ਕੁਛ ਨਹੀਂ ਬਣਿਆ ਤੇ ਉਹ ਲੱਭਿਆ ਨਹੀਂ, ਉਹ CBI ਦਾ ਜੁਆਇੰਟ ਕਹਿੰਦਾ ਕੁਛ ਹੋਰ ਨਹੀਂ, ਇਹਦੇ 'ਤੇ ਕੰਡਕਟ ਰੂਲ ਦਾ ਹੀ ਕੇਸ ਬਣਾ ਲਓ, ਇਹਦੇ ਕੋਈ TV ਖਰੀਦਿਆ ਹੋਣਾ, ਫ੍ਰਿਜ ਖਰੀਦਿਆ ਹੋਣਾ, ਕਨਵੇ ਨਹੀਂ ਕੀਤਾ ਹੋਣਾ।
ਤੇ ਉਹ ਮਾਈ ਵਾਈਫ ਵਾਜ ਵੈਰੀ ਗੁੱਡ ਮਨੀਮ, ਉਹ ਰੋਜ਼ ਦਾ ਰੋਜ਼ ਖਰਚਾ ਲਿਖਦੀ, ਇੰਨੇ ਦੀ ਦਾਲ ਆਈ, ਇੰਨੇ ਦੀ ਸਬਜ਼ੀ ਆਈ। ਇੱਕ ਨੋਟਬੁੱਕ ਸੀ ਕਿ ਅੱਜ 10 ਕਿਲੋ ਅੰਬ ਦੇ ਗਿਆ, ਉਹਦਾ 9 ਨੰਬਰ ਲੈ ਕੇ ਉਹਦੇ ਸਿਪਾਹੀ ਤੋਂ 10 ਕੇ ਰੱਖ ਕੇ ਰੱਖਦੀ ਸੀ। ਤੇ ਉਹ ਮੇਰੀ ਵਾਈਫ ਉਹ ਕਹਿੰਦੀ ਜੀ ਅਸੀਂ ਸਰਚ ਕਰਨਾ। ਉਹ ਕਹਿੰਦੀ ਪਹਿਲਾਂ ਤੁਸੀਂ ਚਾਹ ਪਾਣੀ ਪੀਓ, ਜੋ ਕਹੋ ਕਰਾਂਗੇ। ਉਹ ਕਹਿੰਦੀ ਚਾਹ ਚੂ ਪੀ ਕੇ ਕਹਿੰਦੇ ਜੀ ਆਹ ਦੱਸੋ ਫਰਿੱਜ ਕਦੋਂ ਖਰੀਦਿਆ। ਮੇਰੀ ਵਾਈਫ ਨੂੰ ਪਤਾ ਸੀ, ਉਹਨੇ ਉਸ ਸਾਲ ਦੀ ਡਾਇਰੀ ਕੱਢ ਕੇ ਕਹਿੰਦੀ ਜੀ ਇੰਨੇ ਦਾ ਖਰੀਦਿਆ, ਫਲਾਣੇ ਡੀਲਰ ਤੋਂ ਖਰੀਦਿਆ, ਆਹ ਲੈਟਰ ਨੰਬਰ ਹੈ, ਹੋਰ ਮੈਂ ਤੁਹਾਨੂੰ ਫਾਈਲ ਕੱਢ ਕੇ ਦੇ ਦਿੰਦੀ ਹਾਂ। ਤੇ ਉਹ ਕਹਿੰਦੇ ਨਹੀਂ ਜੀ ਸਾਡੀ ਤਸੱਲੀ ਹੋ ਗਈ। ਕਹਿੰਦਾ ਮੈਡਮ ਜੇ ਤੁਹਾਡੇ ਵਰਗੀਆਂ ਬਾਕੀ IPS ਦੀਆਂ ਵਾਈਫ ਜੀ ਹੁਣ CBI ਨੇ ਤਾਂ ਕੀ ਮਾਰਨਾ, ਸਾਨੂੰ ਰੱਬ ਵੀ ਨਹੀਂ ਮਾਰ ਸਕਦਾ। ਤੇ ਉਹ ਮੇਰਾ ਕੇਸ ਚਲਾ ਗਿਆ। ਉਹਨਾਂ ਨੇ ਫਿਰ ਮੈਨੂੰ ਕਲੀਅਰ ਕਰਕੇ ਵਾਪਸ ਮਨੀਪੁਰ ਭੇਜਤਾ ਜੀ 85 'ਚ। ਜਦੋਂ ਤੁਸੀਂ ਫਿਰ ਫੋਰਸ 'ਚ ਗਏ ਸਰ, ਉਦੋਂ ਵੀ ਫਿਰ ਕੋਈ ਮਤਲਬ ਕੋਈ ਉੱਥੇ ਇਸ ਤਰ੍ਹਾਂ ਦੇ ਲੋਕ ਸੀ ਜਦੋਂ ਮੈਂਟਲੀ ਜਦੋਂ ਇਹ ਤੁਹਾਡੇ ਤੇ ਐਲੀਗੇਸ਼ਨ ਲੱਗੇ, ਉਸ ਦਾ ਪਤਾ ਲੱਗਦੀ ਹੈ ਤੁਹਾਡੀ ਆਪਣੇ ਸਾਰੇ ਅਫਸਰਾਂ ਨੂੰ ਥੱਲੇ, ਉਹ ਵੀ ਕੁਝ ਫੇਸ ਕਰਨਾ ਪੈਂਦਾ ਸੀਗਾ, ਮਤਲਬ ਕੁਝ ਫੇਸ ਕਰਨਾ ਪੈਂਦਾ ਜੀ। ਮਨੀਪੁਰ 'ਚ ਮੇਰਾ ਇਮੇਜ ਅੱਛਾ ਸੀਗਾ ਕਿ ਜੀ ਇਹ ਪੈਸੇ ਨਹੀਂ ਲੈਂਦਾ, ਹੋਰ ਇਹ ਪੇ ਨਹੀਂ ਕਰਦਾ ਹੈਗਾ, ਸਿੱਧਾ ਸਿੱਧਾ ਕੰਮ ਕਰਦਾ। ਮਨੀਪੁਰ ਆਇਆ ਲਾਟ ਆਫ ਰਿਸਪੈਕਟ ਇਨ ਦਾ ਕਾਮਨ ਮੈਨ, ਸੋ ਦੇ ਐਕਸੈਪਟਡ ਵੀ। ਜੋ ਮੇਰੇ ਚੀਫ ਸੈਕਟਰੀ ਸਾਹਿਬ ਸੀ DN ਬਰੂਆ, ਜੋ ਕਹਿੰਦੇ ਵੀ ਦੇਖ ਤੇਰੇ ਖਿਲਾਫ ਸ਼ਿਕਾਇਤ ਆਈ ਹੈ, ਅਸੀਂ ਤੈਨੂੰ ਪੁਲਿਸ ਤਾਂ ਹੀ ਲਾਣਾ। ਤੇ ਆ ਇੱਕ ਹੈਗੀ ਆ ਮਨੀਪੁਰ ਡਿਵੈਲਪਮੈਂਟ ਸੁਸਾਇਟੀ ਇੰਪਲੋਇਮੈਂਟ ਜਨਰੇਸ਼ਨ, ਤੈਨੂੰ ਕੋਈ ਡਿਵੈਲਪਮੈਂਟ ਦਾ ਪਤਾ? ਮੈਂ ਕਿਹਾ ਜੀ ਮੈਂ ਕਿਸਾਨ, ਮੈਨੂੰ ਸਭ ਪਤਾ। ਮੈਂ ਤੈਨੂੰ ਉਹਨੇ ਇੱਕ ਚਿੱਟ ਲਿਖ ਕੇ ਦਿੱਤੀ ਤੇ ਤੂੰ ਜੁਆਇਨ ਕਰ ਜਾ। CM ਸਾਹਿਬ ਰਾਤ ਨੂੰ ਆਉਣਗੇ, ਮੈਂ ਆਰਡਰ ਲੈ ਕੇ ਉਹਨਾਂ ਜੀ ਮੈਂ ਜੁਆਇਨ ਕਰ ਲਿਆ। ਮਨੀਪੁਰ ਡਿਵੈਲਪਮੈਂਟ ਸੁਸਾਇਟੀ 'ਚ ਇੰਨਾ ਕੰਮ ਕੀਤਾ। ਉਹ ਜਦੋਂ ਮੈਂ ਗਿਆ 200 ਵੀਵਰ ਸੀਗੇ, ਉਹਦੇ 5 ਡਿਵੀਜ਼ਨ ਸੀਗੇ, ਐਗਰੀਕਲਚਰ ਡਿਵੀਜ਼ਨ, ਇੰਜੀਨੀਅਰਿੰਗ ਡਿਵੀਜ਼ਨ, ਦੈਨ ਹੈਂਡਲੂਮ ਡਿਵੀਜ਼ਨ, ਇੱਕ ਹੋਰ ਸੀ। ਤੇ ਉਹਦੇ 'ਚ 200 ਵੀਵਰ ਸੀ, ਉਹ 3 ਲੱਖ ਦਾ ਕੱਪੜਾ ਬਣਾਉਂਦੇ ਸੀ। ਤੋਂ ਮੈਨੂੰ ਇੰਨੀ ਇਨਵੋਲਵਮੈਂਟ ਹੋ ਗਈ ਉਹਨਾਂ ਦੇ ਨਾਲ। ਤੇ ਵਾਟਰ ਇਰੀਗੇਸ਼ਨ ਸਕੀਮ ਸੀ ਉਹਦੇ 'ਚ, ਤੇ ਅਸੀਂ 5 ਕਰੋੜ ਦਾ ਕੱਪੜਾ ਬਣਾਉਣਾ ਸ਼ੁਰੂ ਕਰਤਾ ਸੀ 3 ਸਾਲਾਂ 'ਚ। 5000 ਵੀਵਰ 'ਤੇ ਲੈ ਗਏ ਸੀ। ਤੇ ਸਾਡਾ ਕੱਪੜਾ ਸਭ ਤੋਂ ਸਸਤਾ ਸੀ। ਸਾਡੇ ਬੋਰਡ ਲੱਗੇ ਹੋਏ ਸੀ, ਓਪਨ ਚੈਲੰਜ ਫਾਰ ਕੁਆਲਿਟੀ ਐਂਡ ਪ੍ਰਾਈਸ, ਕਮ ਵਨਸ ਯੂ ਵਿਲ ਕਮ ਅਗੇਨ। ਤੇ ਦੈਨ ਅਸੀਂ ਉਹ ਯਾਰਨ ਲੈ ਕੇ ਅਸੀਂ ਕੰਬੋਟੋਰ ਤੋਂ ਯਾਰਨ ਮੰਗਾਦੇ ਸੀ। ਕੰਬੋਟੋਰ ਜਿਹੜਾ ਹੈ ਤਾਮਿਲਨਾਡੂ 'ਚ, ਉੱਥੇ 270 ਮਿਲਾਂ ਨੇ ਧਾਗੇ ਦੀਆਂ। ਸਭ ਤੋਂ ਵਧੀਆ ਧਾਗਾ ਕੰਬੋਟੋਰ 'ਚ ਮਦੁਰਾ 'ਚ ਬਣਦਾ ਹੈਗਾ। ਉੱਥੋਂ ਹੀ ਉਹਨਾਂ ਨੇ ਸਿਖਾਇਆ। ਪਹਿਲਾਂ ਤਾਂ ਅਸੀਂ ਉੱਥੋਂ ਧਾਗਾ ਖਰੀਦਦੇ ਸੀ, ਉੱਥੇ ਸੈਂਟਰਲ ਸੇਲ ਟੈਕਸ ਪੇ ਕਰਦੇ ਸੀ। ਤੇ ਉਹਨਾਂ ਨੇ ਦੱਸਿਆ ਕਿ ਜੀ ਤੁਸੀਂ ਇਹ ਸੇਲ ਟੈਕਸ ਬਚਾ ਸਕਦੇ ਹੋ। ਮੈਂ ਕਿਵੇਂ? ਕਹਿੰਦਾ ਜੀ ਤੁਸੀਂ ਆਪਦੇ ਇੱਥੇ ਆਫਿਸ ਦੇ ਨਾਲ ਇੱਕ ਆਫਿਸ ਉੱਥੇ ਬੋਰਡ ਲਾਤਾ, ਉਹ ਮਿਲ ਦਾ ਲਾਤਾ। ਤੇ ਦੈਨ ਦੇ ਵਰ ਡੂਇੰਗ ਅ ਸਟਾਕ ਟ੍ਰਾਂਸਫਰ ਫਾਰਮ ਕੰਬੋਟੋਰ ਟੂ ਮਨੀਪੁਰ 'ਚ ਧਾਗੇ ਤੇ ਰੇਟ ਟੈਕਸ ਕੋਈ ਨਹੀਂ। ਤਾਂ ਸਾਡਾ ਧਾਗਾ ਸਭ ਤੋਂ ਵਧੀਆ ਸੀ। ਇਹਦੇ ਤੇ ਆਪਾਂ ਕਦੇ ਤੁਹਾਡੀ ਪ੍ਰੋਪਰ ਇਸੇ ਦੀ ਇੰਟਰਵਿਊ ਕਰਾਂਗੇ। ਹਾਂ ਚਲੋ। ਜਦੋਂ ਤੁਸੀਂ ਜਨਰਲ ਬਰਾੜ ਹੋਰਾਂ ਨੂੰ ਇਹ ਕਿਹਾ ਕਿ ਤੁਸੀਂ ਮੋਡੀਫਾਈਡ ਜੱਟ ਹੋ, ਤੁਹਾਨੂੰ ਇਹਦੀ ਸਾਈਕੋਲੋਜੀ ਦੀ ਸਮਝ ਨਹੀਂ ਹੈ, ਹਾਂਜੀ ਜੋ ਪੰਜਾਬ ਦੇ ਸਿੱਖਾਂ ਦੀ ਜੱਟਾਂ ਦੀ ਸਾਈਕੀ ਹੈ, ਕੀ ਰਿਐਕਸ਼ਨ ਸੀ ਉਹਨਾਂ ਦਾ? ਉਹਦੇ ਮੇਜ਼ ਤੇ ਮੁੱਕੀ ਮਾਰ ਕੇ ਜੰਪ ਕੀਤਾ, ਜਿਵੇਂ ਜਵਾਰ ਦਾ ਦਾਣਾ ਭੱਠੀ 'ਚ ਭੜਕਦਾ ਹੁੰਦਾ। ਇਸੇ ਓਪਨ ਮਿਊਟਨੀ, ਦਿਸ ਥਿੰਗ ਦੈਟ ਥਿੰਗ, ਇਹ ਉਹ ਕਾਫੀ ਉੱਚਾ ਨੀਵਾਂ ਬੋਲਿਆ। ਰਿਐਕਸ਼ਨ ਵਾਸ ਵੈਰੀ ਬੈਡ। ਤੁਹਾਡੇ ਨਾਲ ਉਸ ਮੀਟਿੰਗ 'ਚ ਹੋਰ ਅਫਸਰ ਵੀ ਸੀਗੇ? ਸਾਰੀ ਦੱਸਿਆ ਤੁਹਾਨੂੰ ਇਹ ਸੀਗੇ। ਇਹਨਾਂ ਦਾ ਕੀ ਰਵੱਈਆ ਸਾਰਿਆਂ ਦਾ? ਇਹ ਚੁੱਪ ਕਰਕੇ ਬੈਠੇ ਹੋਏ ਸੀ ਸਾਰੇ, ਭਿੱਗੀ ਬੈਠ ਕੇ ਬੈਠੇ, ਕੋਈ ਕਿਸੇ ਨੇ ਮੂੰਹ ਨਹੀਂ ਖੋਲਿਆ। ਰਮੇਸ਼ਿੰਦਰ ਸੀ ਤੁਹਾਡੇ ਨਾਲ ਹਰਜੀਤ ਸੀ CID ਦੇ, ਹਰਜੀਤ ਸਿੰਘ SP CID ਸੀਗੇ, ਆਪਣਾ ਮਹਿੰਦਰਪਾਲ ਔਲਖ ਸੀਗਾ, ਇਹ ਵੀ ਸੀਗਾ ਜੀ। MPS ਔਲਖ ਕੋਈ ਨਹੀਂ ਬੋਲਿਆ, ਚੁੱਪ ਕਰਕੇ ਸੁਣਦੇ ਰਹੇ। ਕਿਉਂ? ਇਹਨਾਂ 'ਚ ਤਾਂ ਜੱਟ ਵੀ ਸੀਗੇ ਤੇ ਸਿੱਖ ਵੀ ਸੀਗੇ। ਆਪਣੀ ਜਾਨ ਬਚਾਉਂਦਾ ਸੀ। ਅਗਲਾ ਕਹਿੰਦਾ ਮੇਰੇ ਕੋਈ ਦਾਗ ਨਾ ਲੱਗ ਜਿਵੇਂ ਕਹੇ ਨਾ ਹੋ ਜਾਏ। ਕੋਈ ਨਹੀਂ ਬੋਲਿਆ। ਉਹ ਬਹੁਤ ਬੁੜਕਿਆ। ਤੁਹਾਡੇ 'ਚ ਜ਼ਰੂਰਤ ਕਿਵੇਂ ਆਈ? ਮੈਨੂੰ ਮਹਾਰਾਜ ਨੇ ਦਿੱਤੀ, ਪਲੱਸ ਮੇਰੀ ਵਾਈਫ ਨੇ ਦਿੱਤੀ। ਜਦੋਂ ਮੈਂ ਟੇਕ ਓਵਰ ਕੀਤਾ ਨਾ 31 ਜਨਵਰੀ ਨੂੰ, ਮੈਂ ਉੱਥੇ ਕੋਤਵਾਲੀ ਆਪਣੀ ਕਾਰ ਖੜੀ ਕਰਕੇ, ਮੇਰਾ ਸਟਾਫ ਹਾਊਸ ਸੀ ਜਗੀਰ ਸਿੰਘ, ਉਹਦੇ ਨਾਲ ਲੈ ਕੇ ਗੁਰਦੁਆਰੇ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਿਆ, ਅਰਦਾਸ ਕੀਤੀ ਕਿ ਬਾਬਾ ਅਸੀਂ ਤੇਰੇ ਆਏ ਹਾਂ, ਅਸੀਂ ਤੇਰੇ ਬੇਮੁਖ ਨਹੀਂ ਹੈਗੇ, ਪਰ ਸਾਡੀ ਨੌਕਰੀ ਥੋੜ੍ਹੀ ਖਤਰਨਾਕ ਹੈ, ਅਸੀਂ ਜਾਂਦੇ ਹੋਏ ਆਵਾਂਗੇ। ਸਾਡੀ ਇੱਕ ਹੀ ਅਰਦਾਸ ਹੈ ਕਿ ਜਦੋਂ ਅਸੀਂ ਤੇਰੇ ਆਈਏ, ਨੰਗੇ ਪੈਰੇ ਆਈਏ, ਮੰਗਤੇ ਬਣ ਕੇ ਆਈਏ, ਚੜ੍ਹ ਕੇ ਨਾ ਆਈਏ। ਉਹੀ ਸਾਡੀ ਪੂਰੀ ਹੋ ਗਈ। ਉਹ ਗੁਰੂ ਮਹਾਰਾਜ ਨੇ ਬਰਕਤ ਦਿੱਤੀ। ਪਲੱਸ ਮੇਰੀ ਵਾਈਫ ਕਹਿੰਦੀ ਜੀ ਬੈਟਰ ਨੌਕਰੀ ਛੱਡ ਦੇਣੀ ਚੰਗਾ ਹੈਗਾ, ਦੁਸ਼ਟ ਦੀ ਵਾਈਫ ਨਹੀਂ ਕੁਹਾਣਾ ਹੈਗਾ। ਹਿਸਟਰੀ 'ਚ ਸਾਨੂੰ ਦੁਸ਼ਟ ਕਹਿਣਗੇ। ਤਾਂ ਇਸੇ ਕਰਕੇ ਮਾਈ ਵਾਈਫ, ਮਾਈ ਚਿਲਡਰਨ, ਐਵਰੀਬਡੀ ਸਪੋਰਟਡ ਮੀ। ਇਟ ਵਾਜ ਏ ਜੁਆਇੰਟ ਡਿਸੀਜਨ। ਤੈਅ ਸੀਗਾ ਕਿ ਜੇ ਅਟੈਕ ਹੁੰਦਾ ਜਾਂ ਕੁਛ ਕਰਦੇ ਅਸੀਂ ਵਿੱਚ ਨਹੀਂ ਜੁਆਇਨ ਕਰਨਾ, ਹਿੱਸਾ ਨਹੀਂ ਬਣਾਉਂਗੇ। ਉਹ ਮੀਟਿੰਗ ਤਾਂ ਇੱਕ ਫਿਰ
ਇਤਫਾਕ ਸੀਗੀ, ਉਹ ਮੀਟਿੰਗ ਤੋਂ ਪਹਿਲਾਂ ਹੀ ਤੁਸੀਂ ਫੈਸਲਾ ਕਰ ਚੁੱਕੇ ਸੀਗੇ? ਉਹਨੇ ਪਹਿਲੇ ਕਰ ਚੁੱਕੇ ਸੀਗੇ ਵੀ ਅਸੀਂ ਦਰਬਾਰ ਸਾਹਿਬ ਤੇ ਅਟੈਕ ਨਹੀਂ ਕਰਾਂਗੇ, ਅਟੈਕ ਨਹੀਂ ਕਰਨਾ, ਨੰਗੇ ਪੈਰੀ ਜਾਣਾ, ਚੜ ਕੇ ਨਹੀਂ ਜਾਣਾ। ਇਹ ਅਰਦਾਸ ਕੀਤੀ ਸੀ, ਉਹ ਬਾਬੇ ਨੇ ਸਾਡੀ ਮਨਜ਼ੂਰ ਕਰਤੀ। ਤਾਂ ਉਦੋਂ ਮੌਕੇ ਤੇ ਇਹ ਗੱਲ ਬਾਕੀਆਂ ਨਾਲ ਵੀ ਡਿਸਕਸ ਕੀਤੀ, ਦੋਸਤਾਂ ਨਾਲ, ਰਿਸ਼ਤੇਦਾਰਾਂ ਨਾਲ, ਪਰਿਵਾਰ ਨਾਲ? ਮੇਰੀ ਵਾਈਫ ਔਰ ਬੱਚਿਆਂ ਨਾਲ ਕੀਤੀ ਸੀ। ਤੇ ਉਸ ਤੋਂ ਬਾਅਦ ਮੇਰੀ ਵਾਈਫ ਨੇ ਸੁਖਮਨੀ ਸਾਹਿਬ ਦੇ 3-4 ਪਾਠ ਕਰਦੇ ਸੀ, ਮੈਂ ਵੀ ਕਰਦਾ ਸੀ। ਇੱਕ ਪਾਸੇ ਤਾਂ ਮੈਂ ਡਿਸਮਿਸ ਹੋ ਰਿਹਾ ਸੀ, ਇੱਕ ਪਾਸੇ ਮੈਨੂੰ ਵਾਰਨਿੰਗ ਵੀ ਨਹੀਂ ਮਿਲੀ। ਇਟਸ ਏ ਮਿਰੇਕਲ, ਇਟਸ ਏ ਰੀਅਲ ਮਿਰੇਕਲ ਜਿਹੜਾ ਮੇਰੇ ਨਾਲ ਹੋਇਆ। ਅਦਰਵਾਈਜ਼ ਆਈ ਵਾਜ਼ ਮੈਂਟਲੀ ਪ੍ਰਿਪੇਅਰਡ ਕਿ ਵੀ ਜੇਲ੍ਹ ਜਾਊਂਗਾ, ਉੱਥੇ ਦਾਲ ਰੋਟੀ ਖਾਇਆ ਕਰੂੰਗਾ, ਠੰਡੇ ਪਾਣੀ ਨਾਲ ਨਹਾਇਆ ਕਰੂੰਗਾ, ਮੈਨੂੰ ਕਿਹੜਾ ਕਿਸੇ ਨੇ ਉੱਥੇ ਗਰਮ ਪਾਣੀ ਦੇਣਾ। I was mentally and physically, plus I did lot of studies in ਭਾਈ ਵੀਰ ਸਿੰਘ ਸਦਨ। ਉੱਥੇ ਬਹੁਤ ਕਿਤਾਬਾਂ ਹੈਗੀਆਂ ਨੇ ਸਿੱਖ ਧਰਮ ਤੇ ਹੋਰ ਵੀ। ਪਲੱਸ ਮੈਂ ਉੱਥੇ ਜਿੱਥੇ ਵੀ ਕੋਈ ਐਗਜ਼ੀਬਿਸ਼ਨ ਹੁੰਦੀ ਸੀ, ਵੀ ਮੈਂ ਡਿਸਮਿਸ ਤਾਂ ਹੋਣਾ ਹੀ ਹੈ, ਡਿਸਮਿਸ ਹੋ ਕੇ ਕੀ ਕੰਮ ਸ਼ੁਰੂ ਕਰੂੰਗਾ। ਜਿੱਥੇ ਵੀ ਕੋਈ ਐਗਜ਼ੀਬਿਸ਼ਨ ਸੀ ਨਾ ਇੰਡਸਟਰੀ ਤੇ, ਉਹ ਸਾਰੇ ਜਾ ਕੇ ਛੋਟੇ ਛੋਟੇ ਮੈਂ ਸਟੱਡੀ ਕੀਤੇ। ਹੁਣ ਮੈਨੂੰ ਇੰਨਾ ਤਜਰਬਾ ਹੋ ਗਿਆ, ਉਹ ਮਨੀਪੁਰ ਡਿਵੈਲਪਮੈਂਟ ਸਟੱਡੀਜ਼ ਮੈਂ ਇੰਨਾ ਕੰਮ ਕੀਤਾ, ਇੰਨਾ ਤਜਰਬਾ ਉਸ ਨਾਲ ਹੋਇਆ। ਆਈ ਯੂਜ਼ਡ ਇਟ, ਆਈ ਵਾਜ਼ ਵੈਰੀ। ਦਰਬਾਰ ਸਾਹਿਬ ਦੇ ਅਟੈਕ ਤੋਂ ਅੰਮ੍ਰਿਤਸਰ ਆਉਣ ਤੋਂ ਪਹਿਲਾਂ ਵੀ ਲੱਗਦਾ ਸੀਗਾ ਵੀ ਜਿੰਨੇ ਤੁਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ, ਜਿਸ ਤਰ੍ਹਾਂ ਦੇ ਤੁਸੀਂ ਬੰਦੇ ਹੋ, ਡਿਸਮਿਸ ਤਾਂ ਕਦੇ ਹੋਵੋਗੇ, ਐਂ ਲੱਗਦਾ ਸੀ? ਨਹੀਂ, ਐਸਾ ਤਾਂ ਕਦੇ ਸੋਚਿਆ ਨਹੀਂ ਸੀ ਜੀ। ਨਹੀਂ, ਤੁਸੀਂ ਕਹਿੰਦਾ ਨਾ ਪਤਾ ਹੀ ਸੀ ਵੀ ਡਿਸਮਿਸ ਤਾਂ ਹੋ ਜਾਣਾ ਕਦੇ। ਨਹੀਂ, ਉਸ ਵੇਲੇ ਸੀਗਾ ਜਦੋਂ ਕੇਸ ਬਣ ਗਿਆ। ਹੁਣ ਤਾਂ ਡਿਸਮਿਸ ਹੋਵਾਂਗੇ। ਸਸਪੈਂਡ ਹੋਏ ਪਹਿਲਾਂ ਪਿੰਡ ਗਏ 1 ਮਹੀਨਾ, ਉਹ ਦੁਬਾਰਾ ਸਸਪੈਂਡ ਕੀਤਾ ਉਦੋਂ? ਨਹੀਂ, ਉਹ ਡਿਸਮਿਸ ਕਰਨਾ ਸੀ ਬਗੈਰ ਇਨਕੁਆਇਰੀ ਤੋਂ। ਜੇ ਸਸਪੈਂਡ ਕਰੇ ਫਿਰ ਤਾਂ ਡਿਪਾਰਟਮੈਂਟ ਇਨਕੁਆਇਰੀ ਬਣ ਜਾਂਦੀ, ਉਹ ਲੰਬਾ ਚੌੜਾ ਹੋ ਜਾਂਦਾ। ਤੇ ਉਹਨਾਂ ਦਾ ਇਹ ਸੀ ਵੀ ਇਹਨੂੰ ਫਟਾਫਟ ਕੱਢ ਦਿਓ, ਤੇ ਧੁੱਪਾ ਜਾ ਤੋੜ ਦਿਓ। ਤੇ ਉਹ ਬਗੈਰ ਇਨਕੁਆਇਰੀ ਤੋਂ ਆਰਟੀਕਲ 311 ਚ ਮੈਨੂੰ ਸੀ ਵੀ 15 ਦਿਨ ਤੈਨੂੰ ਡਿਸਮਿਸ ਕਰਕੇ ਘਰ ਭੇਜ ਦੇਣਗੇ। ਤੁਸੀਂ ਕਿਹਾ ਤੁਹਾਡੀ ਤਾਕਤ ਸੁਖਮਨੀ ਸਾਹਿਬ ਦਾ ਪਾਠ ਸੀ, ਗੁਰੂ ਮਹਾਰਾਜ ਦੀ ਬਖਸ਼ਿਸ਼ ਸੀ, ਪਲੱਸ ਮਾਈ ਵਾਈਫ ਐਂਡ ਚਿਲਡਰਨ। ਉਹ ਤੁਹਾਨੂੰ ਸਪੋਰਟ ਕਰ ਰਹੇ ਸੀਗੇ? ਬਿਲਕੁਲ। ਤੁਸੀਂ ਡੇਲੀ ਪਾਠ ਕਰਦੇ ਸਵੇਰੇ ਸ਼ਾਮ? ਹਾਂਜੀ, ਮੇਰੀ ਵਾਈਫ 3 ਵਾਰੀ ਕਰਦੀ ਸੀ, ਮੈਂ 1 ਵਾਰੀ ਕਰਦਾ ਸੀ। ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀ? Plus, I did lot of studies on this development industries. Now, on the industries, I have so many ideas. ਤੇ I can generate so much employment. ਸਾਡੇ ਉੱਥੇ ਇੱਕ ਸਾਡਾ ਸੀ ਇਰੀਗੇਸ਼ਨ ਡਿਵੀਜ਼ਨ, ਉਹਦੇ 'ਚ ਹੀ ਵਾਟਰ ਟੈਂਕ ਖੋਦੇ ਸੀ, 100 ਫੁੱਟ ਲੰਬਾ, 50 ਫੁੱਟ ਚੌੜਾ, 10 ਫੁੱਟ ਡੂੰਘਾ। ਉਹਦੇ ਜੇ ਬਾਰਿਸ਼ ਪੈ ਜਾਣੀ, ਉਹ 3 ਫੁੱਟ ਖੋਦੇ, ਉਹ ਪੈਸੇ ਪੂਰੇ ਲੈ ਜਾਂਦੇ ਸੀ। ਤੇ ਮੈਂ ਕਿਹਾ ਵੀ ਇਸ ਤਰ੍ਹਾਂ ਪੈਸੇ ਨਹੀਂ ਦੇਣੇ। ਤੇ ਉਹ ਜਦੋਂ ਪਾਣੀ ਭਰ ਜਾਣਾ, ਤੇ ਮੈਂ 12 ਫੁੱਟ ਦਾ ਲੰਬਾ ਇੱਕ ਲੋਹੇ ਦਾ ਸਰੀਆ ਲਿਆ, ਇੱਕ ਬੋਟ ਲਈ, ਬੋਟ ਦੇ ਵਿੱਚ ਬਹਿ ਕੇ ਉਹ ਜਿਹੜਾ ਪੌਂਡ ਭਰਿਆ ਹੁੰਦਾ ਸੀ, ਉਹਦੇ ਵਿੱਚ ਜਾ ਕੇ 5 ਖੂੰਜਾਂ 'ਚ ਮਾਰ ਲੈਣਾ। ਉਹ ਪਤਾ ਲੱਗ ਜਾਂਦਾ ਵੀ ਕਿੰਨਾ ਡੂੰਘਾ ਹੈਗਾ, ਉਨੀ ਉਹਨੂੰ ਪੇਮੈਂਟ ਕਰ ਦੇਣੀ। ਜਿਹੜੇ ਉਹ ਹੇਰਾ ਫੇਰੀ ਕਰਦੇ ਸੀ, ਉਹ ਸਾਰੇ ਰੁਕ ਗਏ। ਸਰ, ਐਂ ਹੁੰਦਾ ਹੈਗਾ ਕਿ ਤੁਸੀਂ ਕੀ ਸੋਚਦੇ ਹੋ? ਤੁਸੀਂ ਤੇ ਪਹਿਲੇ ਹੀ ਮੈਂਟਲੀ ਪ੍ਰਿਪੇਅਰ ਸੀਗਾ ਕਿ ਮੈਂ ਗੁਰੂ ਸਾਹਿਬ ਇੱਥੇ ਜਦੋਂ ਆਵਾਂ ਨੰਗੀ ਪੈਰੀ ਆਵਾਂ, ਹਾਂ, ਕਦੇ ਚੜ੍ਹ ਕੇ ਨਾ ਆਵਾਂ, ਮੇਰੀ ਜੋਬ ਇਹੀ ਜੀ ਹੈ। ਤੁਹਾਨੂੰ ਲੱਗਦਾ ਹੋ ਕੁਝ ਵੀ ਹੋ ਸਕਦਾ ਹੈ? ਕਿਸੇ ਨੂੰ ਪਛਤਾਪ ਹੋਇਆ ਇਸ ਗੱਲ ਦਾ ਜਿਹੜੇ ਚੜ੍ਹ ਕੇ ਗਏ? ਮੈਨੂੰ ਪਤਾ ਨਹੀਂ ਸੀ, ਮੈਂ ਕਿਸੇ ਨਾਲ ਇਹਦੇ ਨਾਲ ਨਹੀਂ ਕੀਤਾ ਹੈਗਾ। ਇਹੀ ਹੈ ਵੀ ਸਾਰੇ ਪਛਤਾਉਂਦੇ ਹੈਗੇ, ਜਿਵੇਂ ਜਨਰਲ ਬਰਾੜ ਹੈ, ਪਛਤਾਉਂਦਾ ਬਹੁਤ ਹੈਗਾ। ਸੁਣਿਆ ਮੈਂ ਸੈਕਿੰਡ ਹੈਂਡ ਸੋਰਸਿਸ ਤੋਂ, ਆਪ ਡਾਇਰੈਕਟ ਤਾਂ ਨਹੀਂ ਮਿਲਿਆ। ਹੋਰ ਵੀ ਸਾਰਿਆਂ ਨੇ ਕਹਿੰਦੇ ਜਨਰਲ ਸੁੰਦਰ ਜੀ ਬਹੁਤ ਰੋਏ ਸੀ। ਪਤਾ ਨਹੀਂ, ਆਈ ਹੈਵ ਨੋ ਆਈਡੀਆ। ਦਾ ਟ੍ਰਿਬਿਊਨ ਨੂੰ ਕਹਿੰਦੇ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ, ਉਸ ਇੰਟਰਵਿਊ 'ਚ ਦਿੰਦਿਆਂ ਉਹ ਬੜਾ ਰੋਏ ਕਹਿੰਦੇ। ਨੇ ਸੁੰਦਰ ਜੀ ਵਾਜ਼ ਓਵਰ ਐਂਬੀਸ਼ੀਅਸ ਜਨਰਲ, ਓਵਰ ਐਂਬੀਸ਼ੀਅਸ। ਜਨਰਲ ਬੈਦਿਆ ਵਾਜ਼ ਮੋਰ ਬੈਲੈਂਸਡ। ਤੇ ਜਨਰਲ ਸੁੰਦਰ ਜੀ ਦੀ ਅਸੈਸਮੈਂਟ ਸੀ, ਪਹਿਲਾਂ ਤਾਂ ਕਹਿੰਦੇ ਇਹੀ ਸੀਗਾ ਵੀ ਮੈਂ ਸਭ ਤੋਂ ਜ਼ਿਆਦਾ ਐਗਜ਼ੀਕਿਊਟ ਕਰੂੰ ਇੰਦਰਾ ਗਾਂਧੀ ਦਾ, ਮੈਂ ਦੋ ਦਿਨਾਂ 'ਚ ਖਤਮ ਕਰ ਜਾਊਗਾ। ਜਦੋਂ ਉੱਥੇ ਫਸ ਗਿਆ, ਜਦੋਂ ਹੋਇਆ, ਹਾਂ, ਫਿਰ ਉਹ ਚੀਕਾ ਮਾਰੀ। ਟ੍ਰਿਬਿਊਨ ਦੇ ਪ੍ਰਭਜੋਤ ਸਿੰਘ ਨਾਲ ਉਹਨਾਂ ਦਾ ਇੱਕ ਇੰਟਰਵਿਊ ਆ ਅਖਬਾਰ 'ਚ, ਉਹ ਕਹਿੰਦੇ ਬਹੁਤ ਮਤਲਬ ਉਹ ਹੋਣ ਤੋਂ ਬਾਅਦ ਬੰਦੇ ਨੂੰ ਸਾਹਸ ਹੋਇਆ ਕਿ ਤਾਂ ਮੈਥੋਂ ਜੋ ਹੋਇਆਗਾ ਠੀਕ ਨਹੀਂ ਹੋਇਆ। ਮੈਂ ਉਹ ਪੜ੍ਹਿਆ ਨਹੀਂ ਜੀ ਹੈਗਾ, ਪਰ ਮੈਨੂੰ ਸੁਣਿਆ ਵੀ ਉਹ ਪਛਤਾਉਂਦਾ ਸੀਗਾ। ਜਨਰਲ ਬਰਾੜ ਨੂੰ ਵੀ ਜਦੋਂ ਕਹਿੰਦੇ 84 ਦੇ ਟਾਈਮ ਉਹ ਇੱਥੇ ਆਉਣਾ ਚਾਹੁੰਦੇ ਸੀ ਵੀ ਘੱਟੋ ਘੱਟ ਮੇਰੇ ਤੋਂ ਇਹ ਕਲੰਕ ਲੈ ਜੇ, ਮੈਂ ਜਦੋਂ 84 ਦਾ ਕਤਲੇਆਮ ਹੋਇਆ ਉੱਥੇ ਜੇ ਮੇਰੀ ਉਹ ਸੈਕਿੰਡ ਹੈਂਡ ਇਨਫੋਰਮੇਸ਼ਨ ਹੈ ਜੀ, ਨਾਟ ਏ ਫਸਟ ਹੈਂਡ ਇਨਫੋਰਮੇਸ਼ਨ। तो मैं वो कुछ नहीं कह सकता उसके बारे में, बट इट इज सेकंड हैंड इन्फॉर्मेशन। ਤੁਹਾਨੂੰ ਕੀ ਲੱਗਦਾ ਇਹੀ ਜੀ ਸਰ ਜਿਹੜੀ ਊਰਜਾ ਮਿਲਦੀ ਹੈ ਜਾਂ ਇਹੀ ਜੀ ਤੁਹਾਨੂੰ ਤਾਕਤ ਮਿਲੀ ਜਾਂ ਇਹ ਜਾਂ ਤੁਹਾਡੇ ਮਨ 'ਚ ਵਿਚਾਰ ਆਇਆ, ਜੋਬ ਤਾਂ ਤੁਸੀਂ ਵੀ ਕਰ ਰਹੇ ਸੀਗੇ, ਉਹਦੀ ਇਨਸਪੀਰੇਸ਼ਨ ਕੀ ਸੀਗੀ ਸਰ? ਕੀ ਤੁਹਾਡੇ ਪਰਿਵਾਰ 'ਚ ਸਿੱਖ ਹਿਸਟਰੀ ਦੇ ਨਾਲ ਜੁੜੇ ਹੋਣਾ? ਜੀ ਸਿੱਖ ਇੱਕ ਤਾਂ ਮੈਨੂੰ ਇਹ ਆ ਜੁੜੇ ਤਾਂ ਸਾਰੇ ਸੀ, ਮੈਂ ਆਪਣੇ ਪਰਿਵਾਰ 'ਚ ਪਹਿਲਾ ਮੈਟ੍ਰਿਕੂਲੇਟ ਹੈ।
ਕਦੇ ਮੈਂ ਇਹ ਨਹੀਂ ਸੀ ਸੋਚਿਆ ਕਿ ਥਾਣੇਦਾਰ ਵੀ ਬਣੂੰਗਾ। ਰੱਬ ਨੇ ਇੰਨਾ ਕੀਤਾ ਤਾਂ ਇਸੇ ਕਰਕੇ ਉਹਦਾ ਸ਼ੁਕਰਾਨਾ ਕਰੀ ਜਾਈਦਾ ਸੀ ਕਿ ਰੱਬਾ ਤੇਰਾ ਲੱਖ ਲੱਖ ਸ਼ੁਕਰ ਹੈ, ਸਾਥੇ ਸਿੱਧੇ ਕੰਮ ਕਰਾਈ, ਮਾੜਾ ਕੰਮ ਨਾ ਕਰਾਈ। ਅਰਦਾਸ ਇਹੀ ਕਰਦੀ ਸੀ ਕਿ ਸੱਚੇ ਪਾਤਸ਼ਾਹ ਇਨਸਾਫ ਕਰਾਈ, ਗਲਤ। ਸੋ ਮੈਨੂੰ ਵੀ ਬੜੀ ਖੁਸ਼ੀ ਹੈ ਕਿ ਮੈਂ ਆਪਣੀ ਜ਼ਿੰਦਗੀ 'ਚ ਕੋਈ ਫੜ ਕੇ ਫੇਕ ਐਨਕਾਊਂਟਰ 'ਚ ਨਹੀਂ ਮਾਰਿਆ, ਕਿਸੇ ਨਾਲ ਜ਼ਿਆਦਤੀ ਨਹੀਂ ਹੋਣ ਦਿੱਤੀ। ਮੇਰੇ ਨਾਲ ਸ਼ੱਕ ਰਗੜਾ ਲੱਗਿਆ, ਪਰ ਮੈਂ ਇਨੋਸੈਂਟ ਆਦਮੀ ਨੂੰ ਰਗੜਾ ਨਹੀਂ ਲੱਗਣ ਦਿੱਤਾ। ਆਪਦੇ ਹੁੰਦੇ ਜਿੱਥੋਂ ਬਦਲ ਦੇਣ ਇਜ਼ ਆਲ ਰਾਈਟ। ਤੋ ਇਸੇ ਕਰਕੇ ਮਨੀਪੁਰੀ ਮੈਨੂੰ ਇੱਜ਼ਤ ਕਰਦੇ ਸੀ ਸਾਰੇ। ਅਤੇ ਈਵਨ ਆਈ ਐਮ ਟੋਲਡ ਪਿੰਡਾਂ ਵਾਲੇ, ਮੇਰੀ ਡਾਇਰੈਕਟ ਨਹੀਂ ਇਨਡਾਇਰੈਕਟ ਇਨਫੋਰਮੇਸ਼ਨ ਹੈ, ਬਾਕੀਆਂ ਨੂੰ ਦੱਸਦਾ ਸੀ ਕਿਉਂਕਿ CRP ਵਾਜ਼ ਨੋਨ ਐਜ ਏ ਪ੍ਰੋ ਹਿੰਦੂ ਫੋਰਸ, ਪੰਜਾਬ ਪੁਲਿਸ ਵਾਜ਼ ਨੋਨ ਐਜ ਪ੍ਰੋ ਸਿੱਖ ਫੋਰਸ। BSF ਪਿੰਡਾਂ ਵਾਲਾ ਕਹਿੰਦਾ ਸੀ ਵੀ BSF ਵਾਲਿਆਂ ਨਾਲ ਆਪਣਾ ਕੋਈ ਰੌਲਾ ਨਹੀਂ, ਇਹ ਆਪਾਂ ਨੂੰ ਫੜ ਕੇ ਨਹੀਂ ਮਾਰਦੇ, ਜੇ ਗੋਲੀ ਲੱਗ ਵੀ ਜਾਵੇ ਚੱਕ ਕੇ ਹਸਪਤਾਲ ਲੈ ਜਾਂਦੇ ਆ, ਉੱਥੇ ਸਾਨੂੰ ਦਵਾਈ ਵੀ ਦਿੰਦੇ ਆ, ਬਲੱਡ ਵੀ ਦੇ ਦਿੰਦੀ ਆ। BSF ਨਾਲ ਆਪਾਂ ਸਿੱਧੇ ਤਰੀਕੇ ਨਾਲ ਵਰਤਣਾ, ਐਨਕਾਊਂਟਰ ਹੁੰਦਾ ਕਰੋ, ਪਰ ਆਪਾਂ ਇਹਨਾਂ ਦੇ ਧੋਖੇ ਨਾਲ ਨਹੀਂ ਮਾਰਨੇ। ਦੈਟਸ ਵਾਟ ਹੀ ਵਾਜ਼ ਰਿਸਪੈਕਟਿੰਗ। ਤਾਂ ਮੈਂ ਦੱਸਦਾ ਜੀ, ਤੋ 13 ਅਪ੍ਰੈਲ ਨੂੰ ਜਲੂਸ ਨਿਕਲਦਾ ਦਰਬਾਰ ਸਾਹਿਬ ਤੋਂ। ਨਿਰੰਕਾਰੀ ਕਾਂਡ ਨਹੀਂ ਅੱਛਾ, ਉਹ ਨਹੀਂ, ਆਮ ਸੀ। 13 ਅਪ੍ਰੈਲ 1984 ਜਲੂਸ ਨਿਕਲਿਆ। ਤਾਂ CRP ਤੇ ਇਤਵਾਰ ਨਹੀਂ ਸੀਗਾ ਸਿੱਖਾਂ ਨੂੰ, ਤੇ ਪੰਜਾਬ ਪੁਲਿਸ ਤੇ ਹਿੰਦੂਆਂ ਨੂੰ ਸੀ। ਤੇ ਉਹ ਦਰਬਾਰ ਸਾਹਿਬ ਦਾ ਜਿਹੜਾ ਜਲੂਸ ਸੀ ਨਾ, ਉਹਦੀ ਡਿਊਟੀ ਸਾਨੂੰ ਦਿੱਤੀ ਗਈ ਕਿ ਵੀ ਤੁਸੀਂ ਐਸਕੋਰਟ ਕਰੋਗੇ। ਉਹਦੇ 'ਚ ਸ਼ਾਮ ਨੂੰ ਕੋਈ 4 ਵਜੇ ਮੈਂ ਸਰਦਾਰ ਗੁਰਦੇਵ ਸਿੰਘ ਬਰਾੜ DC ਤੇ ਚੌਧਰੀ ਸੂਬੇ ਸਿੰਘ ਕੋਤਵਾਲੀ 'ਚ ਬੈਠੇ ਸੀ, ਇੱਕ ਗੋਲੀ ਚੱਲ ਗਈ ਤੇ ਮੈਨੂੰ ਬੜਾ ਫਿਕਰ ਹੋਇਆ। ਮੈਂ ਕਿਹਾ ਵੀ ਇਹ ਤਾਂ ਸਾਲਾ ਜਲਿਆਂਵਾਲਾ ਕਾਂਡ ਰਿਪੀਟ ਹੋ ਜਾਊ, ਕਿਉਂਕਿ BSF ਕੋਲ ਤਾਂ ਗੋਲੀਆਂ ਨੇ, ਹੋਰ ਤਾਂ ਲਾਠੀ ਤਾਂ ਹੈ ਨਹੀਂ, ਉਹ ਫਾਇਰਿੰਗ ਕਰਨਗੇ, ਬਹੁਤ ਮਾਰਨਗੇ। ਤਾਂ ਮੈਂ ਭੱਜ ਕੇ ਉੱਥੇ ਚਲਾ ਗਿਆ। ਇਹ DC SSP ਇਹ ਉੱਥੇ ਬੈਠੇ, ਉੱਠ ਕੇ ਨਹੀਂ ਗਿਆ ਕੋਈ ਇਹਨਾਂ ਨੇ, ਹਾਲਾਂਕਿ ਇਹ ਦੇਰ ਡਿਊਟੀ। ਤੇ ਉੱਥੇ ਜਾ ਕੇ ਇੱਕ ਉੱਥੇ ਸੀ MLA ਸਰਦਾਰ ਹਰਭਜਨ ਸਿੰਘ, ਨੌਸ਼ਹਿਰਾ ਪੌਨਵਾ ਦਾ MLA ਸੀ, ਮੈਨੂੰ ਜਾਣਦਾ ਸੀ। ਮੈਂ ਕਿਹਾ ਵੀ ਸਰਦਾਰ ਹਰਭਜਨ ਸਿੰਘ, ਮੈਂ ਆਪਣੀਆਂ ਗੋਲੀਆਂ ਗਿਣਦਾ, ਤੁਸੀਂ ਆਪਣੀਆਂ ਗਿਣੋ, ਸਾਡੀ ਗੋਲੀਆਂ ਪਰ ਫਿਰ ਵੀ ਹੈਗਾ। ਤਾਂ ਮੈਂ ਕਿਹਾ ਵੀ ਆ ਮੁੰਡੇ ਨੂੰ ਚੱਕੋ। ਉਹ ਕਾਰ 'ਚ ਬਿਠਾਇਆ, ਉਹਨੂੰ ਹਸਪਤਾਲ ਲੈ ਗਏ, ਨਾਲ BSF ਸਿਪਾਹੀਆਂ ਨੂੰ ਮੈਂ ਗਲੂਕੋਜ਼ ਵਗੈਰਾ ਨਾਲ ਰੱਖਦਾ ਸੀ ਵੀ ਇਹਨੂੰ ਗਲੂਕੋਜ਼ ਦਿਓ, ਬਲੱਡ ਵੀ ਦਿਓ, ਨਾਲ ਵੀ ਮਾਂ ਬਾਪ ਨੂੰ ਬੁਲਾ ਲਿਓ। ਅਤੇ ਉਹਦੀ ਜੀ ਮਾਂ, ਉਹਨਾਂ ਨੇ ਬਲੱਡ ਦਿੱਤਾ ਹਸਪਤਾਲ 'ਚੋਂ, ਮੁੰਡਾ ਬਚ ਗਿਆ। ਤੋਂ ਸ਼ਾਮ ਨੂੰ 7 ਵਜੇ ਸਰਦਾਰ ਹਰਭਜਨ ਸਿੰਘ ਇਹ ਜਥੇਦਾਰ ਦਰਬਾਰ ਸਾਹਿਬ ਦੇ ਪ੍ਰੋਸੈਸ਼ਨ ਤੋਂ ਵਿਹਲੇ ਹੋ ਕੇ ਉੱਥੇ ਗਏ। ਉੱਥੇ ਜਾ ਕੇ ਉਹਨੂੰ ਪੁੱਛਣ ਲੱਗੇ, ਉਹ ਇਹਨਾਂ ਦੀ ਮਾਂ ਇਹਨਾਂ ਦੇ ਗਲ ਪੈ ਗਈ ਕਿ ਤੁਹਾਡੇ ਜੈ ਖਾਣਿਆਂ ਦੇ, ਤੁਸੀਂ ਤਾਂ ਸਾਡਾ ਮੁੰਡਾ ਮਰਵਾ ਦਿੱਤਾ। BSF ਵਾਲੇ ਨੇ ਜਿਹੜੇ ਚੱਕ ਕੇ ਲਿਆਏ, ਗਲੂਕੋਜ਼ ਵੀ ਦਿੱਤਾ, ਬਲੱਡ ਵੀ ਦਿੱਤਾ, ਤੁਹਾਡਾ ਸੱਤਿਆਨਾਸ਼। ਉਹਨਾਂ ਨੂੰ ਆਪਣੇ ਪਿੱਛਾ ਚੋਂ ਉੱਥੋਂ ਭੱਜ ਗਏ। ਉਹਦੀ ਮਾਂ ਇਹ ਕਹਿ ਰਹੀ ਹੈ ਕਿ ਸਾਡੇ ਦਾ ਮੁੰਡਾ ਹੀ ਬਚਾਇਆ BSF ਨੇ। ਜੋ ਇਫ ਯੂਰ ਬਿਹੇਵੀਅਰ ਇਜ਼ ਫੇਅਰ, ਨਿਊਟਰਲ, ਪੀਪਲ ਰਿਸਪੈਕਟ। ਸਾਨੂੰ ਲੋਕ ਰਿਸਪੈਕਟ ਕਰਦੇ ਸੀ BSF ਨਾਲ ਕਿਸੇ ਦਾ ਰੌਲਾ ਨਹੀਂ ਸੀਗਾ। ਤੁਹਾਨੂੰ ਲੱਗਦਾ ਹੁਣ ਇੰਨੇ ਸਾਲਾਂ ਬਾਅਦ, ਹੁਣ ਤੁਸੀਂ ਰਿਟਾਇਰ ਹੋ ਗਏ, ਸਾਰਾ ਕੁਝ, ਕਿ ਜੋ ਇਹ ਹੋਇਆ ਇਹਨੂੰ ਰੋਕਿਆ ਜਾ ਸਕਦਾ ਸੀ, ਦੀ ਲੋੜ ਹੀ ਨਹੀਂ ਸੀਗੀ? ਜਾਂ ਮਤਲਬ ਦੋਨਾਂ ਪਾਸਿਆਂ ਤੋਂ ਕਹਿਣਾ, ਇੱਕ ਪਾਸੇ ਧਰਮ ਯੁੱਧ ਮੋਰਚਾ ਸੀ, ਦੂਜੇ ਪਾਸੇ ਉਹਦੇ 'ਚ ਕਸੂਰ ਦੋਨਾਂ ਦਾ ਹੀ ਹੈ ਜੀ। ਤੇ ਸਿੱਖਾਂ ਦਾ ਵੀ ਹੈ, ਗਲਤੀ ਹੈ, ਤੇ ਦੂਜੇ ਪਾਸੇ ਦੇ ਹੁਣ ਵੀ ਇਟ ਕੈਨ ਬੀ ਨੋ। ਦੇਖੋ ਸਿੱਖਾਂ ਦੀ ਜਾਂ ਲੀਡਰਸ਼ਿਪ ਦੀ? ਸਿੱਖਾਂ ਦੀ ਲੀਡਰਸ਼ਿਪ ਦੀ। ਤੇ ਉਹ ਇਹ ਆ ਕਿ ਬੰਗਲਾਦੇਸ਼ ਦੇ ਵਿੱਚ 1975 'ਚ ਬੰਗਲਾ ਬੰਧੂ ਸ਼ੇਖ ਮੁਜੀਬੁਰ ਰਹਿਮਾਨ ਮਾਰਿਆ ਗਿਆ। ਉਸੇ ਲਾਚ, ਉਸੇ 'ਚ ਉਹਨਾਂ ਨੇ 9 ਬੰਦੇ ਫਾਂਸੀ ਲਾਤੇ। ਇੱਥੇ ਗੌਰਮੈਂਟ ਦੀ ਫਿਗਰ ਦੇ ਮੁਤਾਬਕ 6000 ਬੰਦਾ ਮਾਰਿਆ ਗਿਆ। ਅਜੇ ਇੱਕ ਬੰਦੇ ਨੂੰ ਫਾਂਸੀ ਨਹੀਂ ਆਈ। ਸਿੱਖਾਂ ਨੂੰ ਇਹ ਅਫਸੋਸ ਤਾਂ ਹੈ ਵੀ ਸਾਡੇ ਨਾਲ ਇਨਸਾਫ ਨਹੀਂ ਹੋਇਆ। ਹੁਣੇ ਹੀ ਇਹ ਅਟਾਰਨੀ ਜਨਰਲ ਰਿਕੁਐਸਟ ਕਰੇ ਚੀਫ ਜਸਟਿਸ ਆਫ ਇੰਡੀਆ ਨੂੰ, ਜੇ ਚੀਫ ਜਸਟਿਸ ਰਮਨ ਐਕਸੈਲੈਂਟ ਜੱਜ, ਤੇ ਉਹ 5 ਸੈਸ਼ਨ ਜੱਜ ਨੇ ਜੋ ਉਹਨਾਂ ਨੂੰ ਡਿਕਲੇਅਰ ਕਰਦੇ ਸਪੈਸ਼ਲ ਜੱਜ, ਤੇ 5 ਸਪੈਸ਼ਲ ਪ੍ਰੋਸੀਕਿਊਟਰ ਅਪਾਇੰਟ ਕਰਦੇ, ਤੇ ਉਹਨਾਂ ਨੂੰ 3 ਮਹੀਨਿਆਂ 'ਚ ਕੇਸ ਟ੍ਰਾਇਲ ਕਰਕੇ 5-10 ਨੂੰ ਫਾਂਸੀ ਦੇ ਦੇਣ। ਸਿੱਖਾਂ ਦੀ ਗੈਸ ਨਿਕਲ ਜਾਏਗੀ, ਇਹਨਾਂ ਹੋ ਜਾਏਗਾ ਵੀ ਸਾਡੇ ਨਾਲ ਕੁਝ ਇਨਸਾਫ ਹੋਇਆ। ਉਹ ਇਨਸਾਫ ਨਹੀਂ ਉਹ ਇਹਨਾਂ ਦੇ ਮਨ 'ਚ ਹੈਗਾ, ਉਹਨੂੰ ਪਾਕਿਸਤਾਨ ਹੋਰ ਸਾਰੇ ਐਕਸਪਲੋਇਟ ਕਰ ਰਹੇ ਆ। ਅਦਰਵਾਈਜ਼ ਦੇਰ ਇਜ਼ ਏ ਨੀਡ ਟੂ ਡੂ ਜਸਟਿਸ, ਉਹਦੇ 'ਚ ਕਰ ਦੇਣ, ਹੋ ਜਾਏਗਾ। ਜਿਵੇਂ ਉਹ ਸੱਜਣ ਕੁਮਾਰ, ਮੈਨੂੰ ਨਹੀਂ ਪਤਾ, ਸੱਜਣ ਕੁਮਾਰ ਸੈਸ਼ਨ ਕੋਰਟ ਨੇ ਛੱਡ ਦਿੱਤਾ ਸੀ। ਜਸਟਿਸ ਰੰਜਨ ਗੋਗੋਈ ਚੀਫ ਜਸਟਿਸ ਆਫ ਇੰਡੀਆ ਨੇ ਆਰਡਰ ਕੀਤਾ ਕਿ ਇਹਨੂੰ ਮੁੜ ਤੋਂ ਦਿੱਲੀ ਹਾਈ ਕੋਰਟ ਟ੍ਰਾਇਲ ਕਰੇਗੀ। ਹੀ ਅਪਾਇੰਟਡ ਜਸਟਿਸ ਮਿਸਟਰ RS ਚੀਮਾ, ਸੀਨੀਅਰ ਐਡਵੋਕੇਟ, 1 ਲੱਖ ਰੁਪਇਆ ਰੋਜ਼ ਦੇ ਉੱਤੇ ਉਹਨੂੰ ਅਪਾਇੰਟ ਕੀਤਾ ਸਪੈਸ਼ਲ ਪ੍ਰੋਸੀਕਿਊਟਰ। ਉਹਨੇ, ਉਹਦੀ ਬੇਟੀ ਨੇ, ਤਰਨਮ ਚੀਮਾ ਨੇ ਬੜੀ ਮਿਹਨਤ ਕੀਤੀ, 15-15 ਸਾਲ ਦੀਆਂ ਬੁੜੀਆਂ ਬੁਲਾ ਕੇ ਸਾਰੀਆਂ ਬਰੀਫ ਕੀਤੀ ਕਰਕੇ ਉਹਨੂੰ ਉਮਰ ਕੈਦ ਹੋ ਗਈ। ਉਹਦਾ ਕਾਫੀ ਅਸਰ ਪਿਆ ਸੱਜਣ ਕੁਮਾਰ ਦਾ। ਅਤੇ ਹੁਣ 10 ਬੰਦਿਆਂ ਨੂੰ ਫਾਂਸੀ ਦੇ ਦਿਓ, ਠੰਡੇ ਹੋ ਜਾਣਗੇ। ਗਰੀਵੈਂਸ ਤਾਂ ਹੈ, ਜੇ ਤੁਸੀਂ ਗਰੀਵੈਂਸ ਨੂੰ ਨਾ ਰੈਕਟੀਫਾਈ ਕਰੋ, ਉਹ ਵੱਧ ਹੀ ਜਾਂਦੀ ਹੈ।
ਉਹਨਾਂ ਸਿਕਸ ਫਾਰ ਜਸਟਿਸ ਪੰਨੂ ਤੁਹਾਨੂੰ ਲੱਗਦਾ ਜਿਹੜੀਆਂ ਮੰਗਾਂ ਸੀ ਸਰ ਅਨੰਦਪੁਰ ਦੇ ਮਤੇ ਵਾਲੀਆਂ ਜਾਂ ਹੋਰ ਮਸਲੇ ਉਹਨਾਂ ਨੂੰ ਵੀ ਐਡਰੈਸ ਪ੍ਰੋਪਰ ਦੇਖੋ ਪਾਣੀਆਂ ਦਾ ਮਸਲਾ ਜੇ ਉਵੇਂ ਹੀ ਖੜਾ ਹੈਗਾ ਕਨਫਲਿਕਟਡ ਹੈਗਾ, ਚੰਡੀਗੜ੍ਹ ਦਾ ਮਸਲਾ ਉਵੇਂ ਹੀ ਖੜਾ ਕਨਫਲਿਕਟਡ ਹੈਗਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਉਵੇਂ ਹੀ ਕਨਫਲਿਕਟਡ ਆ, ਅਨੰਦਪੁਰ ਦੇ ਮਤੇ 'ਚ ਬਹੁਤ ਸਾਰੇ ਮਸਲੇ ਤਾਂ ਇਹ ਝਗੜਾ ਤਾਂ ਅਕਾਲੀਆਂ ਦਾ ਹੈਗਾ ਜੀ। ਜਦੋਂ ਇਹ ਕੁਰਸੀ ਤੋਂ ਲੈ ਜਾਂਦੇ ਆ ਇਹਨਾਂ ਨੂੰ ਪੰਥ ਯਾਦ ਆ ਜਾਂਦਾ, ਤੇ ਜਦੋਂ ਇਹ ਕੁਰਸੀ ਤੇ ਆ ਜਾਂਦੇ ਸਭ 1997 ਚ ਇਹਨਾਂ ਦਾ ਇਲੈਕਸ਼ਨ ਮੈਨੀਫੈਸਟੋ ਸੀ ਅਕਾਲੀਆਂ ਦਾ ਕਿ ਇਫ ਦੇ ਕਮ ਟੂ ਪਾਵਰ ਦੇ ਵਿਲ ਸੈਟ ਅਪ ਅ ਟਰੁਥ ਕਮਿਸ਼ਨ। ਜਦੋਂ ਪਾਵਰ ਮਿਲ ਹੈ ਜਿਵੇਂ ਨੈਲਸਨ ਮੰਡੇਲਾ ਹੋਣਾ ਅਫਰੀਕਾ, ਹਾਂ ਅਫਰੀਕਾ ਦੇ ਵਿੱਚ ਜਿਹੜਾ ਸੀ ਟਰੁਥ ਕਮਿਸ਼ਨ, ਉਹ ਭੁੱਲ ਗਏ ਇਹਨਾਂ ਨੂੰ ਤਾਂ ਆਪਣੀ ਪੇਟ ਪਾਲਣਾ ਆਪਣੀ ਕੁਰਸੀ ਬਚਾਉਣ ਤੇ ਮਤਲਬ ਹੋਰ ਕੁਝ ਨਹੀਂ ਹੈਗਾ। ਇੰਨਾ ਨੁਕਸਾਨ ਸਿੱਖਾਂ ਦਾ, ਪੰਜਾਬੀ ਦਾ, ਪੰਜਾਬ ਦਾ ਅਕਾਲੀਆਂ ਨੇ ਕੀਤਾ, ਇਹਨਾਂ ਕਿਸੇ ਨੇ ਨਹੀਂ ਕੀਤਾ। 1920 ਚ ਅੰਗਰੇਜ਼ ਕਹਿ ਰਿਹਾ ਸੀ ਕਿ ਵੀ ਤੁਸੀਂ ਜਿਹੜੀ ਗੁਰਦੁਆਰਾ ਰਿਫਾਰਮ ਮੂਵਮੈਂਟ ਆ ਇਹਨੂੰ ਰਿਲੀਜੀਅਸ ਮੂਵਮੈਂਟ ਰੱਖੋ, ਪੋਲੀਟੀਕਲ ਨਾ ਰੱਖੋ। ਮੈਂ ਤੁਹਾਡੇ ਸਾਰੇ ਗੁਰਦੁਆਰੇ ਖਾਲੀ ਕਰ ਦੇਣਾ। ਉਹਨੇ 2 ਗੁਰਦੁਆਰੇ ਛੱਡ ਵੀ ਦਿੱਤੇ ਸੀ, ਬਾਬੇ ਦੀ ਬੇਰ ਸਿਆਲਕੋਟ ਦੇ ਵਿੱਚ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦਾ। ਇਹ ਕਹਿੰਦੇ ਨਹੀਂ ਜੀ ਗਾਂਧੀ ਦੇ ਪਿੱਛੇ ਹਮ ਤੋਂ 600 ਬੰਦਾ ਮਰਵਾ ਲਿਆ। ਇਹਦੇ ਤੇ ਇਹਨਾਂ ਦੀ ਆਪਣੀ ਕਿਤਾਬ ਕਹਿੰਦੀ ਹੈ ਸ਼੍ਰੋਮਣੀ ਕਮੇਟੀ ਦੀ, ਅਕਾਲੀ ਮੋਰਚੇ ਤੇ ਝੱਬਰ, ਭਾਈ ਗਿਆਨੀ ਨਾਰਾਇਣ ਸਿੰਘ, ਉਹ ਲਿਖਦਾ ਕਿ 600 ਬੰਦਾ ਮਾਰਿਆ ਗਿਆ। ਫਿਰ ਇਹ 3 ਸਿੱਖ ਸੀਗੇ, ਭਾਈ ਵੀਰ ਸਿੰਘ, ਭਾਈ ਤਲੋਜੀ ਖੋਰ, ਉਹਨਾਂ ਨੇ ਅੰਗਰੇਜ਼ ਨੂੰ ਬੇਨਤੀ ਕੀਤੀ ਕਿ ਜੀ ਹਿੰਦੂਆਂ ਨੂੰ ਤੁਸੀਂ ਬਨਾਰਸ ਹਿੰਦੂ ਯੂਨੀਵਰਸਿਟੀ ਦੇਤੀ, ਮੁਸਲਮਾਨਾਂ ਨੂੰ ਅਲੀਗੜ੍ਹ ਸਾਨੂੰ ਵੀ ਦਿਓ। ਉਹ ਕਹਿੰਦੇ ਜੀ ਠੀਕ ਹੈ, ਆਹ ਪ੍ਰਿੰਸ ਆਫ ਵੇਲਜ਼ ਆ ਰਿਹਾ ਲਾਹੌਰ, ਉਹਨੂੰ ਤੁਸੀਂ ਅੰਮ੍ਰਿਤਸਰ ਬੁਲਾਓ, ਬੁਲਾ ਕੇ ਉਹਨੂੰ ਆਨਰ ਕਰੋ, ਵੀ ਵਿਲ ਡਿਕਲੇਅਰ ਖਾਲਸਾ ਕਾਲਜ ਐਜ਼ ਏ ਸਿੱਖ ਯੂਨੀਵਰਸਿਟੀ। ਇਹਦੇ ਉੱਤੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਮੈਨੇਜਮੈਂਟ ਕਮੇਟੀ ਦਾ ਰੈਜ਼ੋਲੂਸ਼ਨ ਹੈ ਮਿੰਟ ਬੁੱਕ ਦੇ ਵਿੱਚ ਕਿ ਵੀ ਰਿਕਮੈਂਡ ਟੂ ਡਿਕਲੇਅਰ ਐਂਡ ਵੀ ਹੈਂਡ ਓਵਰ ਆਲ ਦਾ ਐਸੈਟਸ। ਇਹ ਜੀ 3 ਸਿੱਖ, ਮਾਸਟਰ ਤਾਰਾ ਸਿੰਘ, ਕਰਤਾਰ ਸਿੰਘ ਛਾਛੀ, ਐਂਗਲ ਸਿੰਘ ਗਿੱਲ, ਇਹ ਗਾਂਧੀ ਦੇ ਪਿੱਛੇ ਲੱਗ ਕੇ ਹਮ ਨਹੀਂ ਆਣੇ ਦੇਗੇ, ਹਮ ਨਹੀਂ ਆਣੇ ਦੇਗੇ, ਐਜੀਟੇਸ਼ਨ ਸ਼ੁਰੂ ਕਰ ਲਿਆ। ਉਹਦੀ ਵਿਜ਼ਿਟ ਕੈਂਸਲ ਹੋ ਗਈ, ਹੱਥ ਆਈ ਵੀ ਯੂਨੀਵਰਸਿਟੀ ਖਵਾ ਬੈਠੇ। 600 ਬੰਦਾ ਇਹਨਾਂ ਨੇ ਮਰਾ ਲਿਆ। ਫਿਰ 1927 ਚ ਬਾਬਾ ਅੰਬੇਦਕਰ 7 ਕਰੋੜ ਦਲਿਤ ਲੈ ਕੇ ਸਿੱਖ ਬਣਨ ਨੂੰ ਤਿਆਰ ਸੀ। ਸਮਝੌਤਾ ਵੀ ਹੋ ਗਿਆ, ਬਸ ਮਾਸਟਰ ਤਾਰਾ ਸਿੰਘ ਨੇ ਖਾਲਸਾ ਕਾਲਜ ਬੰਬੇ ਸ਼ੁਰੂ ਵੀ ਕਰਤਾ ਸ਼੍ਰੋਮਣੀ ਕਮੇਟੀ ਤੋਂ। ਇਹਨਾਂ 3 ਜੱਟਾਂ ਨੇ ਕਿਹਾ ਅਸੀਂ ਦਰਬਾਰ ਸਾਹਿਬ ਚੂੜਿਆਂ ਦੇ ਹੱਥ ਫੜਨਾ, ਕੈਂਸਲ ਕਰ। 1931 ਚ ਜਦੋਂ ਸ਼ਹੀਦ, ਪਰ ਇਹਦੇ ਤੇ ਹੁਣ ਕਾਊਂਟਰ ਕਿਤਾਬਾਂ ਵੀ ਆ ਗਈਆਂ ਜਿਹ 'ਚ ਕਿਹਾ ਗਿਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ, ਝੂਠ ਫੈਲਾਇਆ ਗਿਆ। ਨਾ ਆਈਐਸ ਕਰਤੇ ਜਿਹੜੇ ਰਹੇ ਨੇਗੇ ਫਾਰਮਰ, ਉਹ ਵੀ ਲਿਖਦੇ ਨਹੀਂ, ਉਹ ਜਿਹੜੀ ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਸਿੱਖਾਂ ਖਿਲਾਫ ਕੂੜ ਪ੍ਰਚਾਰ ਕੀਤਾ ਗਿਆ। ਕਿਹੜਾ ਆਹੀ ਵੀ ਅੰਬੇਦਕਰ ਨੂੰ ਨਹੀਂ ਆਉਣ ਦਿੱਤਾ। ਨਹੀਂ, ਸਰ ਕਪੂਰ ਸਿੰਘ ਕਿਤਾਬਾਂ ਆਈਆਂ ਨੇ, ਇੱਕ ਕਿਤਾਬਾਂ ਉਹਨੇ ਜਿਹੜੀਆਂ ਕਹਿੰਦੀਆਂ ਨੇ ਆ ਤੁਹਾਡੇ ਵਾਲੀ ਗੱਲ, ਸਰ ਕਪੂਰ ਸਿੰਘ ਦੀ ਆਟੋਬਾਇਓਗ੍ਰਾਫੀ ਕਹਿੰਦੇ ਆ, ਸਰ ਕਪੂਰ ਸਿੰਘ ਦੀ ਆਟੋਬਾਇਓਗ੍ਰਾਫੀ ਹੈ, ਹੀ ਵਾਜ ਅ ਵਿਟਨੈਸ, ਉਹਦੇ 'ਚ ਲਿਖਿਆ ਹੋਇਆ ਹੈ। ਫਿਰ 1931 ਚ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਹੋ ਗਈ। ਪੰਡਿਤ ਮਦਨ ਮੋਹਨ ਮਾਲਵੀਆ ਪਟੀਸ਼ਨ ਲੈ ਕੇ ਗਏ ਲਾਰਡ ਇਰਬਨ, ਗਵਰਨਰ ਜਨਰਲ ਇੰਡੀਆ ਕੋਲ, ਕਿ ਇਹਨੂੰ ਲਾइफ इम्प्रिजनमेंट कन्वर्ट कर दो। लॉर्ड इरबन कहता मालविया जी मैं आपकी इज्जत करता हूँ, आप कांग्रेस के प्रधान रहे हैं, एक 25 आदमियों से एप्लीकेशन ले जिसमें महात्मा गांधी के दस्तखत होने चाहिए। महात्मा गांधी ने बोले ही नहीं। वो जो ये मास्टर तारा सिंह एंड कंपनी पटीशन लैके जाते कि जनाब ਇਹਦਾ ਤੁਸੀਂ ਡੈਥ ਸੈਂਟੈਂਸ ਨੂੰ ਲੈ, ਤੇ ਲਾਰਡ ਇਰਬਨ ਬੁੜਾ ਪੋਜ਼ਿਟਿਵ ਵੀ ਭਗਤ ਸਿੰਘ 2-4 ਦਿਨਾਂ ਸਾਲਾਂ ਬਾਅਦ ਛੁੱਟ ਜਾਂਦਾ। ਹੀ ਵੁੱਡ ਹੈਵ ਗਾਟ ਏ ਪ੍ਰਾਈਮ ਮਿਨਿਸਟਰ ਆਫ ਇੰਡੀਆ। ਗਾਂਧੀ ਡਿਡ ਨਾਟ ਵਾਂਟ ਹਿਮ ਟੂ ਦ ਲੀਡਰ। ਈਵਨ ਜਦੋਂ ਅੰਬੇਦਕਰ ਨੇ ਕਿਤਾਬ ਲਿਖੀ ਹੈ ਐਲੀਏਨੇਸ਼ਨ ਆਫ ਕਾਸਟ, ਉਹਦੇ ਤੇ ਮਹਾਤਮਾ ਗਾਂਧੀ ਨੇ 5 ਆਰਟੀਕਲ ਲਿਖੇ ਨੇ ਆਪਦੇ, ਉਹਦਾ ਜਿਹੜਾ ਮੈਗਜ਼ੀਨ ਹੈਗਾ। ਫਿਰ 1946 ਚ ਲਾਰਡ ਇਰਬਨ 4 ਇੰਡੀਅਨ ਨੇ, ਲਾਰਡ ਬੇਵਲ 4 ਇੰਡੀਅਨ ਪੋਲੀਟੀਕਲ ਲੀਡਰ ਲੈ ਕੇ ਲੰਡਨ ਗਿਆ, ਜੋ ਇੰਡੀਪੈਂਡੈਂਸ 2 ਦਸੰਬਰ ਨੂੰ ਗਿਆ। ਇੱਕ ਸੀਗੇ ਮੁਹੰਮਦ ਅਲੀ ਜਿਨਾਹ, ਲਿਆਕਤ ਅਲੀ ਖਾਨ, ਪੰਡਿਤ ਨਹਿਰੂ ਹਿੰਦੂਆਂ ਦਾ, ਬਲਦੇਵ ਸਿੰਘ ਉਹਨਾਂ ਦਾ। ਉੱਥੇ ਸਾਰੇ ਸਿੱਖ ਜਿਹੜੇ ਸੀ ਆਪਣੇ ਅੰਗਰੇਜ਼ ਅਫਸਰ ਪੰਜਾਬ 'ਚ ਨੌਕਰੀ ਕਰਕੇ ਗਏ, ਚਾਹੇ ਮਿਲਟਰੀ ਦੇ ਚਾਹੇ ਸਿਵਲ ਦੇ, ਉਹ ਸਾਰੇ ਕਹਿੰਦੇ ਕਿ ਸਰਦਾਰ ਜੀ ਤੁਹਾਨੂੰ ਕੋਈ ਨਹੀਂ ਜਾਣਦਾ, ਸਾਨੂੰ ਪਤਾ ਤੁਸੀਂ ਕਿੰਨੇ ਬਹਾਦਰ ਹੋ, ਤੁਸੀਂ ਠਹਿਰ ਜਾਓ, ਤੁਸੀਂ 25-30 ਰੋਜ਼ ਬੁਲਾਓ, ਉਹਨਾਂ ਨੂੰ ਐਕਸਪਲੇਨ ਕਰੋ, ਵਿਲ ਗੈਟ ਯੂ ਸਮਥਿੰਗ। ਅਤੇ ਉਹ ਪੰਡਿਤ ਨਹਿਰੂ ਦੀ ਉਂਗਲੀ ਫੜ ਕੇ ਚਰਚਿਲ ਨੇ ਵੀ ਚਿੱਠੀ ਲਿਖੀ, ਜੇ ਉਹ ਰਹਿ ਜਾਂਦਾ, ਜੇ ਕੁਝ ਹੋਰ ਨਹੀਂ ਸੀ ਤਾਂ ਕਮ ਸੇ ਕਮ ਨਨਕਾਣਾ ਸਾਹਿਬ ਨੂੰ ਵੈਟੀਕਨ ਸਟੇਟਸ ਜ਼ਰੂਰ ਮਿਲ ਜਾਂਦਾ। ਯੂ ਨੋ ਵਾਟ ਇਜ਼ ਵੈਟੀਕਨ ਸਟੇਟਸ? ਬਿਲਕੁਲ ਬਿਲਕੁਲ। ਉਹ ਮਿਲ ਜਾਂਦਾ। ਅਤੇ ਜਿਹੜਾ ਹੁਣ ਕਹਿੰਦੇ ਜਿਨ੍ਹਾਂ ਗੁਰਦੁਆਰਿਆਂ ਤੋਂ ਸਿੱਖਾਂ ਨੂੰ ਵਿਛਾੜਿਆ ਗਿਆ, ਖੁੱਲ੍ਹੇ ਦੀਦਾਰ ਤਾਂ ਤੁਸੀਂ ਆਪ ਗੁੰਮ ਕੀਤੇ ਆ। 1902 ਕਮਿਸ਼ਨ ਆਏ ਨੇ 1942 ਚ, ਸਰ ਸਟੈਫੋਰਡ
ਕਮਿਸ਼ਨ ਤੇ 1946 ਚ ਸਰ ਪੈਥਰਿਕ ਲਾਰੈਂਸ ਕਮਿਸ਼ਨ। ਉਹਦੇ ਸਾਹਮਣੇ ਇਹਨਾਂ ਸਿੱਖਾਂ ਨੇ ਕਦੇ ਯੂਨਾਈਟਿਡ ਫਰੰਟ ਦੀ ਹਰੇਕ ਆਪਦੀ ਤੂਤੀ ਵਜਾਉਂਦਾ ਸੀ। ਇਟ ਵਾਸ ਨੈਵਰ ਦੀ। ਫਿਰ ਜਦੋਂ ਪਾਰਟੀਸ਼ਨ ਕਮਿਸ਼ਨ ਬੈਠਿਆ, ਉਹਦਾ ਚੇਅਰਮੈਨ ਸੀ ਸਰ ਸਿਲਰ ਰੈਡਕਲਿਫ, ਜਸਟਿਸ ਮੇਹਰਚੰਦ ਮਹਾਜਨ, ਜਸਟਿਸ ਤੇਜਾ ਸਿੰਘ, ਜਸਟਿਸ ਦੀਨ ਮੁਹੰਮਦ, ਜਸਟਿਸ ਮੁਹੰਮਦ ਮਨੀਰ, ਨਵਾਬ ਸਿੰਘ ਵਾਸ ਦਾ ਸੈਕਟਰੀ। ਤੇ ਉਹਦੇ ਸਾਹਮਣੇ ਕਾਂਗਰਸ ਦਾ ਵਕੀਲ ਸੀਗਾ MC ਸੀਤਲ ਭੱਟ, ਟਾਪ ਬ੍ਰੇਨ। ਮੁਸਲਮਾਨਾਂ ਦਾ ਵਕੀਲ ਸੀਗਾ ਸਰ ਜ਼ਫਰੁੱਲਾ ਖਾਨ, ਐਨਦਰ ਜੀਨੀਅਸ। ਇਹਨਾਂ ਦਾ ਸੀ ਸਰਦਾਰ ਹਰਨਾਮ ਸਿੰਘ ਝੱਲਾ, ਜਿਹਦਾ ਨਾਂ ਹੀ ਝੱਲਾ, ਉਹਨੇ ਕੇਸ ਹੀ ਪ੍ਰੋਪਰਲੀ ਪੁੱਟ ਅਪ ਨਹੀਂ ਕੀਤਾ। ਫਿਰ ਜਿਹੜਾ ਇਹ ਸੀ ਨਵਾਬ ਸਿੰਘ ਵਾਸ ਦਾ ਸੈਕਟਰੀ, ਜਿਹਨੇ ਲਾਈਨ ਮਾਰੀ ਆ, ਹੀ ਵਾਸ KVK ਸੁੰਦਰਮ, ICS ਅਫਸਰ। ਉਹਦੀ ਵਾਈਫ ਸਿੱਖਣੀ ਹੈ, ਸਰਦਾਰ ਹਰਵੰਤ ਸਿੰਘ ਅਟਾਰੀ ਦੀ ਵਾਈਫ ਹੈ, ਬੇਟੀ ਹੈ। ਉਹ ਮੈਨੂੰ ਬਸੰਤ ਬਿਹਾਰ ਮਿਲਦੀ ਸੀ, ਮੈਂ ਉਹਨੂੰ ਪੁੱਛਦਾ ਸੀ, ਮੈਂ ਕਿਹਾ ਬੀਬੀ ਜਦ ਤੇਰਾ ਮੀਆਂ ਲੀਕ ਮਾਰਦਾ ਸੀ ਆ ਕਰਤਾਰਪੁਰ ਸਾਹਿਬ ਤੋਂ ਐਂ ਮਾਰ ਦਿੰਦਾ, ਕਹਿੰਦੀ ਕੋਈ ਜੈ ਖਾਣਾ ਮੈਨੂੰ ਦੱਸਦੀ ਤਾਂ ਸਹੀ, ਮੈਂ ਮਰਵਾ ਦਿੰਦੀ। ਸੋ ਦੇ ਹੈਵ ਨਾਟ ਰਿਪਰੈਜ਼ੈਂਟਡ ਦੇਅਰ ਕੇਸ ਪ੍ਰੋਪਰਲੀ ਐਟ ਐਨੀ ਲੈਵਲ, ਦੇ ਆਰ ਸੋ ਫੁਲਿਸ਼। ਪਰ ਸਿੱਖਾਂ ਦਾ ਤਾਂ ਹਮੇਸ਼ਾ ਸਭ ਤੋਂ ਵੱਡਾ ਨੈਰੇਟਿਵ ਇਹੀ ਹੈ ਕਿ ਅਸੀਂ ਤਾਂ ਵਿਕਟਮ ਹੀ ਰਹੇ ਹਾਂ ਨਾ। ਵਿਕਟਮ ਦਾ ਯੂ ਹੈਵ ਟੂ, ਤੇ ਮਤਲਬ ਇੰਡੀਅਨ ਸਟੇਟ ਵਿਕਟਮ ਆ ਜਾਂ ਅਸੀਂ ਆ, ਉਹ ਕਹਿੰਦੇ ਹੈਗੇ ਅਸੀਂ ਵਿਕਟਮ ਸੀ, ਸਾਡੇ ਮਸਲੇ ਸੀ, ਸਾਡੇ ਨਾਲ engage ਹੀ ਨਹੀਂ ਕੀਤਾ ਜਿਵੇਂ ਕਰਨਾ ਚਾਹੀਦਾ। 1946 ਅੱਛਾ, ਫਿਰ 1948 ਪਹਿਲਾਂ ਅੰਗਰੇਜ਼ਾਂ ਵੇਲੇ ਵੀ ਉਹ ਕਹਿੰਦੇ ਅਸੀਂ ਨਹੀਂ, ਅੰਗਰੇਜ਼ਾਂ ਨੇ ਵੀ ਸਭ ਤੋਂ ਪਹਿਲਾਂ ਆ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਨੂੰ ਕਿਵੇਂ ਟਾਰਗੇਟ ਕੀਤਾ। 1948 ਚ ਜਦੋਂ ਆਪਣਾ ਕਨਸਟੀਟਿਊਸ਼ਨ ਬਣ ਰਿਹਾ ਸੀ, ਉਹਦੇ 'ਚ ਜਿਹੜਾ ਵੀ ਆਰਟੀਕਲ ਇੰਟਰੋਡਿਊਸ ਹੁੰਦਾ ਸੀ, ਉਹਦੇ ਵਾਸਤੇ 2/3 ਮੈਂਬਰਸ ਪ੍ਰੈਜ਼ੈਂਟ ਹੈਵ ਟੂ ਸਪੋਰਟ ਇਟ। ਪਹਿਲੇ ਦਿਨ ਆਇਆ ਹਿੰਦੀ ਐਜ਼ ਰਾਸ਼ਟਰ ਭਾਸ਼ਾ, ਉਹ ਰਿਜੈਕਟ ਹੋ ਗਿਆ। ਸਿੱਖਾਂ ਨੇ ਦੇ ਡਿਡ ਨਾਟ ਵੋਟ। 5 ਦਿਨਾਂ ਬਾਅਦ ਉਹ ਫੇਰ ਆਇਆ। ਸੇਠ ਗੋਬਿੰਦ ਦਾਸ ਨੇ ਗੁਰਮੁਖ ਸਿੰਘ ਮੁਸਾਫਰ ਦੇ ਸਿਰ 'ਚ ਪਤਾ ਨਹੀਂ ਕੀ ਸਵਾਹ ਪਾਈ। ਦੇ ਵੋਟਡ ਇਨ ਫੇਵਰ ਆਫ ਹਿੰਦੀ। ਹਿੰਦੀ ਬਿਕੇਮ ਰਾਸ਼ਟਰ ਭਾਸ਼ਾ ਵਿਦ ਵਨ ਵੋਟ ਮੈਜੋਰਿਟੀ। ਜੇ ਹਿੰਦੀ ਰਾਸ਼ਟਰ ਭਾਸ਼ਾ ਨਾ ਬਣਦੀ ਤਾਂ ਕੋਈ ਝਗੜਾ ਹੀ ਨਹੀਂ ਸੀ ਹੋਣਾ। ਇਹਨਾਂ ਤੇ ਬੇਵਕੂਫੀ ਕੀਤੀ ਹੈ। ਇੰਨੇ ਸਾਲਾਂ ਬਾਅਦ ਹੁਣ ਤੁਸੀਂ 84 ਤੁਹਾਡੇ ਸਾਹਮਣੇ ਸੀ, ਸਾਰਾ ਕੁਝ ਸੀਗਾ, ਕਿਵੇਂ ਦੇਖਦੇ ਹੋ ਤੁਸੀਂ? ਮਤਲਬ ਅੱਜ ਫਸਟ ਥਿੰਗ ਇਜ਼ ਤੇ ਜਿਹੜਾ ਉਹ ਪਾਰਟੀਸ਼ਨ ਕਮਿਸ਼ਨ ਬਣਿਆ, ਉਹਦੀ ਪੜ੍ਹੋ, ਸਿਵਾਏ ਤਰਨਤਾਰਨ ਤਹਿਸੀਲ ਤੋਂ ਕਿਸੇ ਵੀ ਸਬ ਡਿਵੀਜ਼ਨ 'ਚ ਸਿੱਖ ਮੈਜੋਰਿਟੀ 'ਚ ਨਹੀਂ ਸੀਗੇ। ਈਵਨ ਅੰਗਰੇਜ਼ ਮਿਹਰਬਾਨੀ ਕਰ ਗਿਆ। ਇੱਕ ਕਿਤਾਬ ਹੈ ਮਿਸ਼ਨ ਵਿਦ ਮਾਊਂਟਬੇਟਨ ਬਾਈ ਐਲਨ ਜੌਨਸਨ, ਮੇਜਰ ਐਲਨ ਜੌਨਸਨ। ਉਹ ਲਿਖਦਾ ਕਿ ਬਟਾਲਾ, ਰਜੀਰਾ ਦੇ ਵਰ ਮੁਸਲਿਮ ਮੈਜੋਰਿਟੀ ਏਰੀਆਜ਼। ਜਿਹੜਾ ਪਾਰਟੀਸ਼ਨ ਕਮਿਸ਼ਨ ਬੈਠਾ ਨਾ, ਉਹਦੇ 3 ਰੂਲ ਸੀਗੇ, ਮੁਸਲਿਮ ਮੈਜੋਰਿਟੀ ਏਰੀਆ, ਨਾਨ ਮੁਸਲਿਮ ਮੈਜੋਰਿਟੀ, ਅਦਰ ਫੈਕਟਰਸ। ਤੇ ਉਹਦੇ 'ਚ ਜੀਰਾ ਐਂਡ ਬਟਾਲਾ ਦੇ ਵਰ ਮੁਸਲਿਮ ਮੈਜੋਰਿਟੀ ਏਰੀਆ 52% ਸੀਗੇ। ਪਰ ਮੇਜਰ ਐਲਨ ਜੌਨਸਨ ਨੇ ਉਹਨੂੰ ਕਨਵਿੰਸ ਕਰ ਲਿਆ ਕਿ ਵੀ ਇਹ ਸਿੱਖਾਂ ਦਾ ਦਰਬਾਰ ਸਾਹਿਬ, ਅੰਮ੍ਰਿਤਸਰ ਦਾ ਮੱਕਾ ਹੈਗਾ, ਜੇ 2 ਟੈਗਰ ਐ ਹੋ ਗਏ ਦੇ ਵਿਲ ਆਲਵੇਜ਼ ਇਨ ਸੀਰੀਅਸ ਟਰਬਲ। ਤੇ ਉਹ ਹੀ ਗਾਟ ਇਟ ਮੋਡੀਫਾਈਡ, ਦਿਸ 2 ਤਹਿਸੀਲਸ ਦੇ ਗੇਵ ਇਟ ਟੂ ਇੰਡੀਆ। ਐਂਡ ਇਨ ਦੈਟ ਹੀ ਫੈਲਟ ਸੋ ਬੈਡ ਦੈਟ ਹੈਵ ਨਾਟ, ਉਹਨੇ ਜਿਹੜਾ 25,000 ਪਾਉਂਡ ਆਪਣਾ ਲੈਣੇ ਸੀ, ਉਹ ਲਏ ਨਹੀਂ ਹੈਗੇ ਸਰ ਸਿਲਰ ਰੈਡਕਲਿਫ। ਇਹਦੇ 'ਤੇ ਇੱਕ ਕਿਤਾਬ ਆਇਆ ਦ ਪਾਰਟੀਸ਼ਨ ਆਫ ਪੰਜਾਬ, ਐਡੀਟਡ ਬਾਈ ਸੈਦੁੱਲਾ ਖਾਨ। 84 ਤੋਂ ਪਹਿਲਾਂ ਵੀ ਐ ਪੜ੍ਹਦੇ ਸੀ, 84 ਤੋਂ ਬਾਅਦ ਪਹਿਲਾਂ ਤੋਂ ਵੀ ਮੈਨੂੰ ਆਦਤ ਹੈ ਜੀ, ਬਚਪਨ ਤੋਂ ਹੀ। ਯੂ ਸੀ ਆਈ ਬੀਇੰਗ ਫਰੋਮ ਏ ਇਲਿਟਰੇਟ ਫੈਮਿਲੀ, ਅਨਪੜ੍ਹ 'ਚੋਂ ਹੋ ਕੇ, ਤਾਂ ਲੋਕਾਂ ਨਾਲ ਕੰਪੀਟ ਕਰਨਾ ਪੈਂਦਾ ਸੀ। ਕੰਪੀਟ ਕਰਨ ਵਾਸਤੇ ਯੂ ਹੈਵ ਟੂ ਬੀ ਬੈਟਰ ਪ੍ਰੀਪੇਅਰਡ, ਯੂ ਵਰਕ ਮੋਰ ਹਾਰਡ ਐਂਡ ਬੀ ਦਿਸ। ਇਸ ਕਰਕੇ ਮੈਂ ਪੜ੍ਹਿਆ ਬਹੁਤ ਹੈ ਜੀ। ਪਲੱਸ ਮੇਰੀ ਮੈਂ ਜਿਹੜਾ ਲਾਸਟ ਸਵਾਲ ਸੀਗਾ, ਕਿਵੇਂ ਦੇਖਦੇ ਹੋ ਪੰਜਾਬ ਨੂੰ, ਸਿੱਖਾਂ ਨੂੰ ਅੱਜ, ਜਿਹੜਾ ਹੁਣ ਅੱਜ ਜਿੱਥੇ ਅਸੀਂ ਵਰਤਮਾਨ ਅੱਜ ਦੇ ਦਿਨ 'ਚ ਖੜੇ ਹਾਂ ਤੇ 84 ਹੈਗਾ? ਦੇਖੋ ਜੀ ਵੀ ਹੈਵ ਟੂ ਬੀ ਪੀਪਲ ਐਟ ਪਾਰ ਐਕਸੈਲੈਂਸ। ਹਰੇਕ ਜਗ੍ਹਾ ਜਿੱਥੇ ਅਸੀਂ ਹਾਂ ਟੌਪ 'ਤੇ ਆਓ, ਮਿਹਨਤ ਕਰੋ, ਵਧੀਆ ਬਣੋ। ਦੇਖੋ ਦੁਆਰਕਾ ਸਾਡੀ ਇੱਕ 5 ਪੈਰਾ ਉੱਥੇ ਦਾ ਸੀ, ਬਿਦਰ ਸਾਡਾ, ਦੈਨ ਜਗਨਨਾਥਪੁਰੀ ਸਾਡੀ, ਨੰਦੇੜ ਸਾਹਿਬ ਸਾਡਾ, ਪਟਨਾ ਸਾਹਿਬ ਸਾਡਾ, ਸਾਰਾ ਹਿੰਦੁਸਤਾਨ ਹੀ ਸਾਡਾ ਖਾਲਿਸਤਾਨ ਹੈ। ਇਹਦੇ 'ਚ ਗੁਰੂ ਨਾਨਕ ਦੇਵ ਜੀ ਜਦੋਂ ਗਏ ਨੇ, ਉਹ ਕੋਈ 2 ਸਾਲ ਰਹੇ ਆ ਇੱਥੇ ਸੈਂਟਰਲ ਇੰਡੀਆ 'ਚ, ਠੀਕ ਹੈ। ਉਹ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਦੇ ਸੀ। ਜਿਵੇਂ ਜਗਨਨਾਥਪੁਰੀ ਸੀ, ਚੈਤਨਿਆ ਮਹਾਂਪੁਰ ਨਾਲ ਵਿਚਾਰ ਵਟਾਂਦਰਾ ਕੀਤਾ। ਉੱਥੇ ਦੇਅਰ ਆਰ 9 ਕਰੋੜ ਪੀਪਲ ਇਨ ਦਾ ਸੈਂਟਰਲ ਇੰਡੀਆ ਜਿਹੜੇ ਗੁਰੂ ਨਾਨਕ ਦੀ ਫੋਟੋ ਰੱਖ ਕੇ ਉਹਨੂੰ ਪੂਜਾ ਕਰਦੇ ਆ। ਕੋਈ ਬਾਅਦ 'ਚ ਗਿਆ ਹੀ ਨਹੀਂ। ਜੇ ਬੀਜ ਦਿਓ, ਜੇ ਖੇਤੀ ਪਾਣੀ ਨਹੀਂ ਦਿਓਗੇ ਤਾਂ ਮੁਰਝਾਈ ਜਿਹਾ। ਦੇਅਰ ਆਰ 9 ਕਰੋੜ ਨਾਨਕ ਪੰਥੀਜ਼ ਇਨ ਇੰਡੀਆ। ਉਹਨਾਂ ਨੂੰ ਸਾਰਿਆਂ ਨੂੰ ਆਪਣੇ ਨਾਲ ਇੰਟੈਗਰੇਟ ਕਰੋ, ਪੜ੍ਹਾਓ, ਸਕੂਲ ਬਣਾਓ, ਸਭ ਕੁਝ ਕਰਕੇ ਦੈਨ ਯੂ ਹੈਵ 50-60 MP ਹੋਣਗੇ, ਸਾਡੀ ਬੁੱਕਤ ਹੋਏਗੀ।
ਹੁਣ 2.5 ਟੋਟਰੂ ਆ ਉਹ ਵੀ ਰਲ ਕੇ ਨਹੀਂ ਰਹਿੰਦੇ 1969 ਚ ਡਾਕਟਰ ਅੰਬੇਦਕਰ ਆ ਜਾਂਦੇ ਮੈਂ ਫਿਰ ਨਾ ਫਿਰ ਹੋਰ ਸੀ 1943 ਚ ਈਸਟ ਬੰਗਾਲ ਦੇ ਜਦੋਂ ਮੁਸਲਮਾਨ ਤੰਗ ਕਰ ਰਹੇ ਸੀ ਨਾ ਇਹਨਾਂ ਨੂੰ ਹਿੰਦੂਆਂ ਨੂੰ, 3 ਰਾਜਿਆਂ ਨੇ ਆਪਦੇ ਵਜ਼ੀਰ ਭੇਜੇ ਕਿ ਵੀ ਤੁਹਾਨੂੰ ਆ ਕੇ ਸਾਨੂੰ ਸਿੱਖ ਬਣਾਓ, ਗੱਤਕਾ ਸਿਖਾਓ। ਫਿਰ ਗੁਰੂ ਰਵਿੰਦਰਨਾਥ ਟੈਗੋਰ ਨੇ ਆਪਣਾ ਛੋਟਾ ਭਾਈ ਅੰਮ੍ਰਿਤ ਭੇਜਿਆ, 15 ਦਿਨ ਉਹ ਰਹਿ ਕੇ ਗਿਆ ਅੰਮ੍ਰਿਤਸਰ, 15 ਦਿਨ ਇੱਥੇ ਰਹਿ ਕੇ ਗਿਆ ਅਨੰਦਪੁਰ ਸਾਹਿਬ। ਬਹੁਤ ਲਿਟਰੇਚਰ ਕਰਕੇ ਰਿਹਾ ਬੰਦਾ। ਉਹਨੇ ਇੱਕ ਕਿਤਾਬ ਪੋਇਮ ਲਿਖੀ ਹੈ 10 ਪੇਜ ਦੀ, ਬੰਦੀ ਵੀਰ। ਉਹ ਬੰਗਾਲ ਦੇ ਇਹਨਾਂ ਨੂੰ ਮਾਰਸ਼ਲ ਬਣਾਉਣ ਵਾਸਤੇ ਬੰਗਾਲ ਦੇ ਸਿਲੇਬਸ 'ਚ ਲੱਗੀ ਰਹੀ ਹੈ, 1972 ਚ ਹਟਾਈ ਆ ਬੰਦੀ ਵੀਰ। ਇਟ ਇਜ਼ ਇਨ ਬੰਗਲਾ। ਹੀ ਵਾਜ਼ ਆਲਮੋਸਟ ਅ ਸਿੱਖ। ਸਾਡੀ ਹੈਰੀਟੇਜ ਆ, ਰਿਚ ਸਾਡੇ ਕੋਲ, ਪਰ ਗੁਰੂ ਆਪਣਾ ਗੁਰੂ ਰਵਿੰਦਰਨਾਥ ਟੈਗੋਰ ਵਾਜ਼ ਆਲਮੋਸਟ ਹਾਫ ਸਿੱਖ। ਉਹਦੀ ਉਹ ਜੀ ਪੋਇਮ ਪੜ੍ਹਨ ਵਾਲੀ ਹੈ ਬੰਦੀ ਵੀਰ, ਬੰਦਾ ਬਹਾਦਰ ਤੇ। ਜੇ ਇਹਨਾਂ ਨੂੰ ਸਾਰਿਆਂ ਨਾਲ ਲਾ ਕੇ ਇਹਨਾਂ 9 ਕਰੋੜ ਨੂੰ ਨਾਲ ਮਿਲਾ ਕੇ ਚੱਲੋ ਤੇ ਇਹਨਾਂ ਨੂੰ ਅੱਛੀ ਡਿਵੈਲਪਮੈਂਟ ਕਰੋ। ਅੱਛਾ ਹੁਣ ਤੁਸੀਂ ਪਾਕਿਸਤਾਨ ਦੇ ਮੁੱਲੇ ਨੇ, ਜਿਹੜਾ ਪਾਕਿਸਤਾਨ 'ਚ ਨੋਬਲ ਪ੍ਰਾਈਜ਼ ਮਿਲਿਆ ਉਹ ਮਿਸਟਰ ਅਹਿਮਦ, ਡਾਕਟਰ ਅਹਿਮਦ ਨੂੰ ਮਿਲਿਆ ਫਿਜ਼ਿਕਸ ਦੇ ਵਿੱਚ। ਉਹ ਹੁਣ ਉਹ ਹੈਗਾ ਅਹਿਮਦੀਆ ਹੈਗਾ। ਉਹ ਕਹਿੰਦੇ ਆ ਕਿ ਅਹਿਮਦੀਆ ਮੁਸਲਮਾਨ ਨਹੀਂ। ਅਸੀਂ ਕਹਿੰਦੇ ਹੋ ਵੀ ਜਦੋਂ ਸਿੱਖ ਜੰਗਲਾਂ 'ਚ ਭੱਜੇ ਹੋਏ ਸੀ, ਰੰਗ ਜੇਬ ਸਾਰੇ ਤੁਹਾਨੂੰ ਮਾਰਦੇ ਸੀਗੇ, ਕਿਸੇ ਦੇ 5 ਰੁਪਏ 50 ਰੁਪਏ, ਤੁਹਾਨੂੰ ਜਿਉਂਦਾ ਕਹਿੰਦੇ ਰਿਹਾ ਸ਼ਹਿਧਾਰੀਆਂ ਨੇ। ਇਹਨਾਂ ਨੇ ਜਿੰਨਾ ਸਾਡੇ ਵੱਖ-ਵੱਖ ਸੰਪਰਦਾਵਾਂ ਨੇ ਉਹ ਜਿਹੜੇ ਹੈਗੇ ਕਿਹੜੇ ਬੰਸੀ ਹੈਗੇ ਉਦਾਸੀਆਂ ਨੇ ਜਿੰਦਾ ਰੱਖਿਆ। ਅੱਜ ਤੁਸੀਂ ਕਹਿੰਦੇ ਉਦਾਸੀ ਸਿੱਖ ਨਹੀਂ ਹੈਗੇ, ਇਦੋਂ ਬੜੇ ਮਾੜੇ ਕੌਣ ਹੋ ਸਕਦੇ ਆ। ਉਦਾਸੀਆਂ ਨੇ ਤੁਹਾਨੂੰ ਜਿਉਂਦਾ ਰੱਖਿਆ। ਧਰਮ ਜਿੰਨਾ ਲਿਟਰੇਚਰ ਹੈ, ਜਿਵੇਂ ਚੜਕ ਸੰਗਤਾ ਹੈ, ਉਹਦਾ ਟਰਾਂਸਲੇਸ਼ਨ ਹੋਇਆ ਪੰਜਾਬੀ 'ਚ। ਉਹ ਗਿਆਨੀ ਮਹੰਤ ਗਣੇਸ਼ਾ ਸਿੰਘ ਨੇ ਰਿਸ਼ੀਕੇਸ਼ ਤੋਂ ਟਰਾਂਸਲੇਸ਼ਨ ਕੀਤਾ 1921। ਨਿਰਮਲ ਸੰਪਰਦਾ ਜਿਹੜੀ ਜਿਵੇਂ ਹਾਂ ਉਹੀ ਨਿਰਮਲ ਪੰਥ ਗਣੇਸ਼ਾ ਸਿੰਘ ਨੇ ਕੀਤਾ। ਤਾਂ ਇਹਨੇ ਬੜੇ ਪੜ੍ਹੇ ਲਿਖੇ ਆਦਮੀ ਨੇ ਸਾਰੇ ਹੈਗੇ ਆ, ਉਹਨਾਂ ਨੂੰ ਤਾਂ ਕਹਿੰਦੇ ਸਿੱਖ ਨਹੀਂ ਹੈਗੇ। ਵਾਟ ਨਾਨਸੈਂਸ। ਥੀਸ ਅਕਾਲੀਜ਼ ਆਰ ਵਰਸਟ ਐਨੀਮੀਜ਼ ਆਫ ਦਾ ਸਿੱਖਸ। ਇੰਟਰਪ੍ਰੀਟੇਸ਼ਨ ਕਾਲੀਆਂ ਨੇ ਕੀਤੀ ਹੈ, ਵਿਆਖਿਆ ਕੱਲੀ ਕਾਲੀਆਂ ਨੇ ਕੀਤੀ ਹੈ। ਇਹ ਵਿਆਖਿਆ ਕਰਨ ਵਾਲੇ ਤਾਂ ਹੋਰ ਵੀ ਹੋਣਗੇ, ਕੌਣ ਸਿੱਖਾ ਕੌਣ ਨਹੀਂ ਆ। ਉਹ ਨਹੀਂ ਇਹਨਾਂ ਨੇ ਵਾਲਾ ਮਸਲਾ ਤਾਂ ਕੱਲ ਦਾ ਮਸਲਾ ਨਾ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਰਿਕਮੈਂਡ ਕੀਤਾ। ਸ਼੍ਰੋਮਣੀ ਕਮੇਟੀ ਅਕਾਲੀਆਂ ਦੇ ਕਬਜ਼ੇ 'ਚ ਹੈ। ਸ਼੍ਰੋਮਣੀ ਕਮੇਟੀ recommended government of India has excluded this ਉਦਾਸੀ। तो ਉਦਾਸੀ हैज़ to be integrated with that। पढ़े लिखे लोग ने साढ़े कोल, साढ़े 9 करोड़ इन्हां नूं लियाओ, साढ़े 60 MP हो जाएंगे, साड़ी बुकत हो जाएगी। साडा हिंदुस्तान सारा साडा, सानू इन्ना एक्सपेंड है। हुण सारी असीं आ जाइए पंजाब च, मेरा हौलदारी का नंबर नहीं आंदा, साडे ट्रक, साडा होर सब कुछ। सो भी ਤਾਂ ਮਸਲਾ ਇਹ ਖੜਾ ਹੋਇਆ ਫਿਰ ਵੀ ਇਹ ਬਚੂਗਾ ਜਾਂ ਨਹੀਂ ਬਚੂਗਾ। ਹੁਣ ਤਾਂ ਖੂਨ ਦਾ ਸਵਾਲ ਜਹੇਦਾਰ ਸਾਹਿਬ ਕਹਿ ਰਹੇ ਆ 4-4 ਬੱਚੇ ਹੋਣੇ ਚਾਹੀਦੇ ਆ, ਹਥਿਆਰ ਹੋਣੇ ਚਾਹੀਦੇ ਆ। ਜਥੇਦਾਰ ਸਾਹਿਬ ਆਪਦੀ ਨੌਕਰੀ ਬਣਾਉਂਦਾ, ਉਹ ਐਕਟਿੰਗ ਜਥੇਦਾਰ ਰੱਖ ਲਿਆ 2 ਸਾਲ ਤੋਂ, ਬਈ ਜੇ ਉਹਨੂੰ ਕਨਫਰਮ ਕਰ ਦੇਣਗੇ ਤੇ ਫਿਰ ਉਹ ਬੋਲੂ ਤਕੜਾ ਹੋ ਕੇ। ਉਹ ਬੋਲਦਾ ਹੀ ਹੋਰ ਕੁਛ ਹੈ, ਸੁਖਬੀਰ ਬਾਦਲ ਦੀ ਭਾਸ਼ਾ ਬੋਲਦਾ। ਇਹ ਬਾਦਲ ਸਾਹਿਬ ਕੋਲ 80 ਏਕੜ ਜ਼ਮੀਨ ਹੈ ਰੇਤੇ ਦੀ, ਬਾਪ ਦੀ ਇਹਨਾਂ ਦੀ, 40 ਇਹਨਾਂ ਦੇ ਭਾਈ ਸਾਹਿਬ ਕੋਲ, 40 ਇਹਨਾਂ ਕੋਲ। ਦੇਖੋ ਕਿੱਥੇ ਬਣਾ ਲਿਆ, ਕਿੱਥੋਂ ਪੈਸੇ ਆਏ। ਤਾਂ ਕਹਿੰਦੇ ਜੱਦੀ ਪੁੱਛੀ ਮਿਹਨਤ ਕੀਤੀ ਅਸੀਂ, ਕਿੱਥੋਂ ਟਰਾਂਸਪੋਰਟ ਕੰਪਨੀ ਕਹਿੰਦੇ 40 ਦੀ ਸੁਖਬੀਰ ਬਾਦਲ ਕਹਿੰਦੇ ਆ। 80 ਏਕੜ ਕਿੱਲੇ ਜ਼ਮੀਨ ਹੈ ਇਹਨਾਂ ਦੀ ਉੱਥੇ ਦੀ। ਇਹ ਓਰੀਜਨਲੀ ਇੱਥੋਂ ਦੇ ਹੈਗੇ, ਝਵਾਲ ਦੇ ਲਾਗੇ, ਝਵਾਲ ਦੇ ਕੋਲੇ ਪਿੰਡ ਸੀਗਾ ਢਿਲਵਾਂ ਦਾ ਖੂਹ, ਉੱਥੋਂ ਦੇ ਹੈਗੇ ਆ। ਉੱਥੋਂ ਇਹਨਾਂ ਨੂੰ ਉਸ ਵੇਲੇ ਮਹਾਰਾਜਾ ਦਲੀਪ ਸਿੰਘ ਨਾਲ ਗਦਾਰੀ ਕਰਨ 'ਚ ਇਹਨਾਂ ਨੂੰ ਕਾਫੀ ਜ਼ਮੀਨ ਅਲਾਟ ਹੋਈ ਜੀ 5 ਪਿੰਡਾਂ 'ਚ, ਕਾਲ ਰਾਣੀ, ਘੋਡਾ, ਚੰਨੋ, ਸਿੰਘਾਂਵਾਲਾ ਤੇ ਬਾਦਲ। ਇਹ ਸਾਰੇ ਆਪਣੇ ਨਾਈ ਧੋਬੀ ਲੈ ਕੇ ਇੱਥੇ ਆ ਬੈਠੇ। ਧੰਨਵਾਦ ਸਰ ਤੁਹਾਡਾ, ਬਹੁਤ ਸਾਡੇ ਨਾਲ ਗੱਲਬਾਤ ਕਰਨੀ, ਬਹੁਤ ਧੰਨਵਾਦ ਸਰ। ਇਹ ਸਨ ਗੁਰਦਿਆਲ ਸਿੰਘ ਪੰਧੇਰ, ਜਿਨ੍ਹਾਂ ਨੇ ਉਹ ਦੌਰ ਦੀਆਂ ਗੱਲਾਂ ਵੀ ਕੀਤੀਆਂ ਤੇ ਜਿਨ੍ਹਾਂ ਨੇ ਇਤਿਹਾਸ ਦੇ ਇੰਨੇ ਹਵਾਲੇ ਦਿੱਤੇ ਜਿਨ੍ਹਾਂ ਦੀ ਅੱਜ ਸਾਨੂੰ ਲੋੜ ਹੈ। ਔਰ ਇਹ ਵੀ ਕਹਿ ਰਹੇ ਨੇ ਅੱਜ ਦੇ ਦੌਰ ਸਿੱਖਾਂ ਨੂੰ ਕੀ ਕਰਨਾ ਚਾਹੀਦਾ।